Good evening to all of you, and good morning to Dr. Saab, and welcome back to the Zoom meeting again. And ਆਪਾਂ ਵੈਲਕਮ ਕਰਦੇ ਹਾਂ ਡਾਕਟਰ ਸਾਹਿਬ ਦਾ ਸਾਡੇ ਨਾਲ ਅੱਜ ਫੇਰ ਆਪਣਾ ਬਹੁਤ ਕੀਮਤੀ ਵਕਤ ਕੱਢ ਕੇ ਤੇ ਸਾਡੇ ਨਾਲ ਜੁੜੇ ਆ ਤੇ ਡਾਕਟਰ JS ਵਿਰਕ ਜੀ MBBS FAMS FCGP PGDGM ਤੇ ਅੱਜ ਸਾਡੇ ਨਾਲ ਰੂਬਰੂ ਹੋਏ ਹੈਗੇ ਆ ਤੇ ਆਪਾਂ ਉਹਨਾਂ ਦਾ ਥੈਂਕ ਯੂ ਕਰਦੇ ਆ ਕਿ ਸਾਨੂੰ ਆਪਣਾ ਇੰਨਾ ਕੀਮਤੀ ਵਕਤ ਉਹਨਾਂ ਨੇ ਦਿੱਤਾ ਤੇ ਅੱਜ ਦਾ ਜਿਹੜਾ ਸਾਡਾ ਵਿਸ਼ਾ ਹੈਗਾ ਆ ਉਹ ਹੈ ਆਸਟੀਓਪੋਰੋਸਿਸ ਕੀ ਹੈਗਾ ਆ ਕੀ ਇਹਦੇ ਚਿੰਨ੍ਹ ਆ ਇਹ ਕਿਹੜੀ ਬਿਮਾਰੀ ਹੈ ਔਰ ਇਹ ਸਾਨੂੰ ਡਾਕਟਰ ਸਾਹਿਬ ਅੱਜ ਵਿਸਤਾਰ ਨਾਲ ਥੋੜਾ ਦੱਸਣਗੇ ਕਿ ਇਹਦੇ ਲੱਛਣ ਆ ਤੇ ਇਲਾਜ ਜਿਹੜੇ ਹੈਗੇ ਆ ਉਹ ਕਿਸ ਤਰੀਕੇ ਨਾਲ ਆਪਾਂ ਘਰ ਦੇ ਵਿੱਚ ਹੀ ਜਾਂ ਫਿਰ ਹੋਰ ਕੀ ਇਹਦੇ ਵੇਜ਼ ਹੈਗੇ ਆ ਇਲਾਜ ਦੇ ਡਾਕਟਰ ਸਾਹਿਬ ਸਾਨੂੰ ਉਹਨਾਂ ਨਾਲ ਰੂਬਰੂ ਕਰਵਾਉਣਗੇ ਤਾਂ ਆਪਾਂ ਵੈਲਕਮ ਕਰਦੇ ਹਾਂ ਵੈਲਕਮ ਡਾਕਟਰ ਸਾਹਿਬ ਥੈਂਕ ਯੂ ਜੀ ਸਤਨਾ ਜੀ ਤੁਸੀਂ ਸ਼ੇਅਰ ਮੈਨੂੰ ਹਾਂਜੀ ਸਰ ਆਪਸ਼ਨ ਮੈਂ ਅਲਾਉ ਕਰਤੀ ਸੀ ਠੀਕ ਹੈ ਥੈਂਕ ਯੂ ਸਰ ਹਾਂਜੀ ਮੇਰੇ ਸੌਰੀ ਮੇਰੇ ਬਹੁਤ ਹੀ ਪਿਆਰੇ ਭੈਣੋ ਤੇ ਭਰਾਵੋ ਅੱਜ ਅਸੀਂ ਫੇਰ ਇੱਕ ਬਹੁਤ ਹੀ ਇੰਪੋਰਟੈਂਟ ਟੌਪਿਕ ਦੇ ਉੱਤੇ ਡਿਸਕਸ਼ਨ ਕਰਨੇ ਜਾ ਰਹੇ ਹਾਂ ਔਰ ਟੌਪਿਕ ਅੱਜ ਸਾਡਾ ਹੱਡੀਆਂ ਦੇ ਬਾਰੇ 'ਚ ਹੈ ਜਿਹੜੀਆਂ ਕਿ ਹੱਡੀਆਂ ਪੋਰਸ ਹੋ ਜਾਂਦੀਆਂ ਹੈ ਕਮਜ਼ੋਰ ਹੋ ਜਾਂਦੀਆਂ ਹੈ ਉਹਨਾਂ ਵਿੱਚ ਮਤਲਬ ਉਹਨਾਂ ਦੀ ਜਿਹੜੀ ਬਣਤਰ ਹੈਗੀ ਆ ਉਹਦੇ ਵਿੱਚ ਕਾਫੀ ਕਮਜ਼ੋਰੀ ਆ ਜਾਂਦੀ ਹੈਗੀ ਆ ਅੱਜ ਅਸੀਂ ਉਹਨਾਂ ਬਾਰੇ ਗੱਲ ਕਰਾਂਗੇ ਉਹਨਾਂ ਦੇ ਕੀ ਪ੍ਰਭਾਵ ਹੁੰਦੇ ਆ ਸਾਡੀ ਬਾਡੀ ਦੇ ਉੱਤੇ ਔਰ ਉਹਨਾਂ ਦੇ ਕੀ ਸਾਈਨਸ ਐਂਡ ਸਿੰਪਟਮਸ ਹੈ ਤੇ ਕਿਸ ਤਰ੍ਹਾਂ ਉਹਨਾਂ ਨੂੰ ਅਸੀਂ ਠੀਕ ਕਰ ਸਕਦੇ ਆ ਜਾਂ ਉਹਨਾਂ ਨੂੰ ਪ੍ਰੀਵੈਂਟ ਕਰ ਸਕਦੇ ਹੈਗੇ ਆ ਸੋ ਉਸ ਬਾਰੇ ਗੱਲ ਕਰਾਂਗੇ ਤੇ ਸਭ ਤੋਂ ਪਹਿਲਾਂ ਜਿਹੜਾ ਮੈਂ ਇੱਕ ਕੋਟ ਜੋਲ ਫੋਹਰਮੈਨ ਦੀ ਇੱਕ ਕੋਟ ਕਰਦਾ ਹਾਂ ਕਿ ਜ਼ਿਆਦਾ ਜਿਹੜਾ ਲੂਣ ਹੈਗਾ ਆ ਉਹ ਇੱਕ ਰਿਸਕ ਫੈਕਟਰ ਹੈਗਾ ਆ ਆਸਟੀਓਪੋਰੋਸਿਸ ਲਈ ਆਸਟੀਓਪੋਰੋਸਿਸ ਦਾ ਮਤਲਬ ਇਹ ਹੈ ਇੱਕ ਮੈਂ ਸਮਝਾ ਦਵਾਂ ਤੁਹਾਨੂੰ ਕਿ ਜਿਹੜੀਆਂ ਹੱਡੀਆਂ ਹੈਗੀਆਂ ਆ ਉਹ ਇੱਕ ਤਰ੍ਹਾਂ ਦੇ ਨਾਲ ਇੱਕ ਮੈਟ੍ਰਿਕਸ ਦੇ ਨਾਲ ਬਣੀਆਂ ਹੋਈਆਂ ਆ ਜਿਹੜੀਆਂ ਕਿ ਜਿਨ੍ਹਾਂ ਦੇ ਵਿੱਚ ਕੈਲਸ਼ੀਅਮ ਡਿਪੋਜ਼ਿਟ ਕਰ ਦਿੱਤਾ ਜਾਂਦਾ ਹੈਗਾ ਆ ਸੋ ਮੈਂ ਤੁਹਾਨੂੰ ਇੱਕ ਤਰ੍ਹਾਂ ਸਮਝਾਉਣ ਦੀ ਕੋਸ਼ਿਸ਼ ਕਰਦਾ ਹਾਂ ਕਿ ਜਿਸ ਤਰ੍ਹਾਂ ਨਾਰੀਅਲ ਦਾ ਇੱਕ ਹੁੰਦਾ ਹੈ ਕਿ ਨਹੀਂ ਜਿਹੜਾ ਸਪੰਜ ਜਿਹਾ ਹੈ ਉਹਦੇ ਵਿੱਚ ਅਗਰ ਅਸੀਂ ਕੈਲਸ਼ੀਅਮ ਜਾਂ ਜਿਹੜਾ ਕੈਲਸ਼ੀਅਮ ਕਾਰਬੋਨੇਟ ਜਾਂ ਜਿਹਨੂੰ ਪਲਾਸਟਰ ਆਫ ਪੈਰਿਸ ਹੈਗਾ ਉਹਨੂੰ ਇੰਪ੍ਰੈਗਨੇਟ ਕਰ ਦਈਏ ਤਾਂ ਜਿਸ ਤਰ੍ਹਾਂ ਦਾ ਉਹ ਬਣ ਜਾਂਦਾ ਹੈ ਉਹਨੂੰ ਉਸ ਤਰ੍ਹਾਂ ਦੀਆਂ ਹੱਡੀਆਂ ਹੁੰਦੀਆਂ ਹੈ ਉਹਦੇ ਵਿੱਚ ਟ੍ਰੈਬੀਕੂਲੇ ਹੁੰਦੇ ਆ ਔਰ ਉਹਦੇ ਵਿੱਚ ਜਦੋਂ ਕੈਲਸ਼ੀਅਮ ਹੋ ਜਾਂਦਾ ਤਾਂ ਉਹਨੂੰ ਸ਼ਕਤੀ ਪ੍ਰਦਾਨ ਹੋ ਜਾਂਦੀ ਹੈ ਇਹੀ ਚੀਜ਼ਾਂ ਜਿਹੜੀਆਂ ਜਿਸ ਤਰ੍ਹਾਂ ਅਸੀਂ ਪਲਾਸਟਰ ਆਫ ਪੈਰਿਸ ਦੀਆਂ ਚੀਜ਼ਾਂ ਬਣਾਉਣੇ ਹੈਗੇ ਆ ਉਹਨਾਂ ਦੇ ਵਿੱਚ ਇੱਕ ਬੇਸਿਕ ਚੀਜ਼ ਅੰਦਰ ਦੇ ਦਿੰਦੇ ਆ ਜਿਸ ਤਰ੍ਹਾਂ ਕੋਈ ਤਾਰਾਂ ਦੇ ਦਿੰਦੇ ਆ ਤੇ ਬਾਅਦ ਦੇ ਵਿੱਚ ਉਹਨੂੰ ਉਹਦੇ ਉੱਤੇ ਇੰਪ੍ਰੈਗਨੇਟ ਕਰ ਦਿੰਦੇ ਆ ਤੇ ਇਸ ਤਰ੍ਹਾਂ ਦੀ ਹੱਡੀ ਦੀ ਬਣਤਰ ਤਕਰੀਬਨ ਸਮਝਾਉਣ ਲਈ ਤੁਹਾਨੂੰ ਹੈ ਕਿ ਇੱਕ ਜ਼ਿਆਦਾ ਲੂਣ ਵਾਲਾ ਜਿਹੜਾ ਹੈ ਖਾਣਾ ਉਹ ਵੀ ਇੱਕ ਰਿਸਕ ਫੈਕਟਰ ਹੋ ਸਕਦਾ ਹੈ ਕਿਉਂਕਿ ਜਿਹੜਾ ਜ਼ਿਆਦਾ ਸੋਡੀਅਮ ਹੈਗਾ ਆ ਉਹ ਸਾਡੇ ਕੈਲਸ਼ੀਅਮ ਨੂੰ ਪਿਸ਼ਾਬ ਰਾਹੀਂ ਕੱਢਣ ਦੇ ਵਿੱਚ ਜ਼ਿਆਦਾ ਹੈਲਪ ਕਰਦਾ ਹੈ ਤੇ ਇਸ ਦੇ ਨਾਲ ਜਿਹੜੀ ਸਾਡੀ ਕੈਲਸ਼ੀਅਮ ਹੈਗੀ ਆ ਅੰਦਰ ਬਾਡੀ ਦੇ ਵਿੱਚ ਉਹ ਘਟ ਜਾਂਦੀ ਹੈਗੀ ਆ ਤੇ ਇਸ ਤਰ੍ਹਾਂ ਬੋਨ ਜਿਹੜੀ ਹੈਗੀ ਆ ਉਹ ਜ਼ਿਆਦਾ ਜਿਹੜੀ ਬੋਨ ਡੈਂਸਿਟੀ ਹੈਗੀ ਆ ਉਹ ਉਹਦੀ ਘਟ ਜਾਂਦੀ ਹੈਗੀ ਆ ਸੋ ਹੁਣ ਅਸੀਂ ਗੱਲ ਕਰਦੇ ਹਾਂ ਕਿ ਐਕਚੁਅਲ ਇਹ ਕੀ ਹੈ ਆਸਟੀਓਪੋਰੋਸਿਸ ਜਿਹੜੀ ਆ ਇਹ ਨਵੀਂ ਬੋਨ ਜਿਹੜੀ ਹੈਗੀ ਆ ਔਰ ਜਿਹੜੀ ਨਵੀਂ ਬੋਨ ਹੈਗੀ ਆ ਉਹ ਸਾਡੀ ਪ੍ਰੋਟੀਨ ਦੇ ਨਾਲ ਕੋਲੇਜਨ ਨਾਲ ਬਣਦੀ ਆ ਉਹ ਜਿਹੜੀ ਮੈਟ੍ਰਿਕਸ ਹੈਗੀ ਆ ਉਹ ਕੋਲੇਜਨ ਹੈ ਔਰ ਕੋਲੇਜਨ ਇੱਕ ਤਰ੍ਹਾਂ ਜਿਸ ਤਰ੍ਹਾਂ ਮੈਂ ਤੁਹਾਨੂੰ ਇੱਕ ਫੋਟੋ ਦਿਖਾਣਾ ਹਾਂ ਕਿ ਉਹਦੇ ਵਿੱਚ ਕਿਸ ਤਰ੍ਹਾਂ ਦੀ ਕੋਲੇਜਨ ਹੈ ਇਹ ਸਾਰੀ ਕੋਲੇਜਨ ਹੈ ਔਰ ਇਹਦੇ ਵਿੱਚ ਇੰਪ੍ਰੈਗਨੇਟ ਜਿਹੜੀ ਹੈਗੀ ਆ ਇਹ ਸਾਡਾ ਕੈਲਸ਼ੀਅਮ ਅਗਰ ਇਹਦੇ ਵਿੱਚ ਅਸੀਂ ਲਗਾ ਦਈਏ ਤਾਂ ਇਹ ਇੱਕ ਸੋਲਿਡ ਬੋਨ ਬਣ ਜਾਂਦੀ ਹੈਗੀ ਆ ਸੋ ਇਸ ਦੇ ਵਿੱਚ
ਇਹ ਬਣਦੀ ਵੀ ਰਹਿੰਦੀ ਹੈਗੀ ਆ, ਔਰ ਇਹਦੇ ਨਾਲ ਰੀਮਾਡਲ ਵੀ ਹੋਈ ਜਾਂਦੀ ਹੈਗੀ ਆ, ਔਰ ਘਟੀ ਵੀ ਜਾਂਦੀ ਹੈਗੀ ਆ। ਜਿਹੜੇ ਬਣਾਉਣ ਵਾਲੇ ਸੈੱਲ ਹੈਗੇ ਆ ਉਹ ਹੋਰ ਹੈਗੇ ਆ, ਔਰ ਜਿਹੜੇ ਇਹਨੂੰ ਰੀਮਾਡਲ ਕਰਨ ਵਾਲੇ ਸੈੱਲ ਜਿਹੜੇ ਬਾਡੀ ਇਹਦੇ ਵਿੱਚ ਹੀ ਹੈਗੇ ਆ, ਔਰ ਉਹ ਹੋਰ ਹੈਗੇ ਆ। ਤੇ ਜਦੋਂ ਇਹਦੀ ਹੱਡੀ ਬਣਨ ਦਾ ਪ੍ਰੋਸੈਸ ਜ਼ਿਆਦਾ ਹੁੰਦਾ ਆ, ਔਰ ਉਹਨੂੰ ਮਤਲਬ ਰੀਮਾਡਲ ਕਰਨ ਦਾ, ਘਟਾਉਣ ਦਾ, ਜਿਹੜਾ ਬ੍ਰੇਕਡਾਊਨ ਦਾ ਘੱਟ ਹੁੰਦਾ ਆ, ਤਾਂ ਹੱਡੀ ਜਿਹੜੀ ਆ ਸਾਡੀ ਬਣਦੀ ਹੈਗੀ ਆ 30 ਸਾਲ ਤੋਂ 35 ਸਾਲ ਤੱਕ, ਔਰ ਕਿਸੇ ਇੰਡੀਵਿਜੂਅਲ ਦੇ ਵਿੱਚ 25 ਤੋਂ 30 ਸਾਲ ਦੇ ਵਿੱਚ ਇਹ ਜਿਹੜੀ ਬੋਨ ਦੀ ਡੈਪੋਜੀਸ਼ਨ ਹੈਗੀ ਆ, ਇਹ ਸਲੋ ਡਾਊਨ ਹੋ ਜਾਂਦੀ ਹੈਗੀ ਆ। ਤੇ ਇੱਕ ਮਤਲਬ ਜਿੰਨੀ ਇਹ ਬਣਦੀ ਹੈਗੀ ਆ, ਔਰ ਓਨੀ ਇਹ ਮਤਲਬ ਘਟ ਜਾਂਦੀ ਹੈਗੀ ਆ, ਬਣੀ ਵੀ ਜਾਂਦੀ ਆ ਔਰ ਘਟੀ ਵੀ ਜਾਂਦੀ ਹੈਗੀ ਆ। ਇਹ ਰੀਮਾਡਲ ਹੋਈ ਜਾਂਦੀ ਆ। ਇਹ ਸਾਰੀ ਜ਼ਿੰਦਗੀ ਸਾਡੀ ਜਿਹੜੀ ਬੋਨ ਹੈਗੀ ਆ ਉਹ ਰੀਮਾਡਲ ਹੁੰਦੀ ਰਹਿੰਦੀ ਹੈ। ਇਸ ਇਕੁਲਿਬਰੀਅਮ ਨੂੰ ਅਸੀਂ ਫਸਟ ਸਟੇਜ ਆਫ ਕਹਿੰਦੇ ਹੈਗੇ ਆ। ਬੋਨ ਦੀ ਮਿਨਰਲ ਡੈਂਸਿਟੀ ਜਿਹੜੀ ਹੈਗੀ ਆ ਉਹ ਘਟਣ ਦੇ ਪ੍ਰੋਸੈਸ ਨੂੰ ਕਹਿੰਦੇ ਆ, ਔਰ ਇਹਨੂੰ ਲੀਚਿੰਗ ਵੀ ਕਹਿ ਦਿੰਦੇ ਆ ਕਿ ਹੁਣ ਇਹ ਲੀਚ ਹੋਣ ਲੱਗ ਪਈ ਹੈਗੀ ਆ। ਤੇ ਸੈਕੰਡ ਸਟੇਜ ਜਿਹੜੀ ਹੈਗੀ ਆ ਆਸਟੀਓਪੋਰੋਸਿਸ ਦੀ ਜਾਂ ਆਸਟੀਓਪੀਨੀਆ, ਜਦੋਂ ਇਹ ਪਹਿਲਾਂ ਸ਼ੁਰੂ ਹੁੰਦੀ ਆ ਤੇ ਉਹਨੂੰ ਅਸੀਂ ਆਸਟੀਓਪੀਨੀਆ ਕਹਿੰਦੇ ਆ, ਤੇ ਬਾਅਦ ਦੇ ਵਿੱਚ ਜਦੋਂ ਇਹ ਡਿਵੈਲਪ ਹੋ ਜਾਂਦੀ ਆ ਤੇ ਇਹਨੂੰ ਅਸੀਂ ਆਸਟੀਓਪੋਰੋਸਿਸ ਕਹਿੰਦੇ ਹੈਗੇ ਆ। 25 ਤੋਂ 35 ਸਾਲ ਦਾ ਜਿਹੜਾ ਰੇਟ ਹੈਗਾ ਬ੍ਰੇਕਡਾਊਨ ਦਾ, ਉਹ ਇਵੈਂਚੁਅਲੀ ਜ਼ਿਆਦਾ ਹੋ ਜਾਂਦਾ ਹੈ ਬੋਨ ਡੈਪੋਜੀਸ਼ਨ ਦੇ ਨਾਲ। ਬੋਨ ਡੈਪੋਜੀਸ਼ਨ ਦੇ ਵਿੱਚ ਕੈਲਸ਼ੀਅਮ ਜਿਹੜਾ ਹੈਗਾ ਆ, ਔਰ ਜਿਹੜੀ ਪ੍ਰੋਟੀਨ ਮੈਟ੍ਰਿਕਸ ਹੈਗੀ ਆ, ਜਾਂ ਜਿਹੜੀ ਕੋਲੇਜਨ ਹੈਗੀ ਆ, ਉਹ ਵੱਧਦੀ ਹੈਗੀ ਆ। ਬੋਨ ਲੋਸ ਜਿਹੜੀ ਸ਼ੁਰੂ ਹੁੰਦੀ ਹੈਗੀ ਆ, ਅਪਰੋਕਸੀਮੇਟਲੀ ਇਹਦਾ ਰੇਟ ਹੈਗਾ 0.25% ਏ ਈਅਰ, ਮਤਲਬ ਚੌਥਾ ਹਿੱਸਾ 1% ਦਾ ਜਿਹੜਾ ਹੈ ਉਹ 1 ਸਾਲ ਦੇ ਵਿੱਚ ਹੁੰਦਾ ਹੈਗਾ ਆ। ਇਹ ਡਿਪੈਂਡ ਕਰਦਾ ਹੈ ਕਈਆਂ ਦੇ ਵਿੱਚ ਜੈਨੇਟਿਕ ਪ੍ਰਭਾਵ ਦੇ ਅਨੁਸਾਰ ਜਾਂ এনवायरमेंटल ਦੇ ਫੈਕਟਰਸ ਕਰਕੇ ਇਹ ਵੱਧ ਵੀ ਜਾਂਦਾ ਔਰ ਕਈਆਂ 'ਚ ਘਟ ਵੀ ਜਾਂਦਾ ਹੈ। ਇਹ ਕੰਸੀਡਰ ਕੀਤਾ ਜਾਂ ਸੈਕੰਡ ਸਟੇਜ ਕੰਸੀਡਰ ਕੀਤੀ ਜਾਂਦੀ ਹੈ ਕਿ ਆਸਟੀਓਪੀਨੀਆ ਹੋ ਜਾਂਦਾ ਹੈ ਜਾਂ ਆਸਟੀਓਪੋਰੋਸਿਸ ਹੋ ਜਾਂਦਾ ਹੈਗਾ ਆ। ਇੰਪੋਰਟੈਂਟ ਇਹ ਅੰਡਰਸਟੈਂਡ ਕਰਨ ਲਈ ਹੈਗਾ ਆ ਕਿ ਇਟਸ ਏ ਪਰਫੈਕਟਲੀ ਨਾਰਮਲ ਪਾਰਟ ਆਫ ਏਜਿੰਗ। ਜਿਸ ਤਰ੍ਹਾਂ ਸਾਡੀ ਉਮਰ ਵੱਧਦੀ ਹੈਗੀ ਆ, ਇਹ ਪ੍ਰੋਸੈਸ ਚੱਲਦਾ ਰਹਿੰਦਾ ਹੈਗਾ ਆ, ਪਰ ਬਹੁਤਿਆਂ ਦੇ ਵਿੱਚ ਇਹ ਅਖੀਰ 'ਚ ਜਾ ਕੇ ਜ਼ਿਆਦਾ ਸਾਨੂੰ ਪ੍ਰਭਾਵ ਕਰਦਾ ਹੈਗਾ ਆ। ਤੇ ਫਸਟ ਜਿੱਦ ਇਹ ਇਸ ਤਰ੍ਹਾਂ ਹੈ ਕਿ ਜਿਸ ਤਰ੍ਹਾਂ ਕਿਸੇ ਇਨਸਾਨ ਦੇ ਤੁਸੀਂ ਚਿਹਰੇ ਦੇ ਉੱਤੇ ਝੁਰੜੀਆਂ ਦੇਖਦੇ ਆ, ਤੇ ਥੋੜੇ ਬਹੁਤ ਮਤਲਬ ਗ੍ਰੇ ਹੇਅਰ ਦੇਖਦੇ ਹੈ, ਉਹਦੇ ਧੌਲੇ ਦੇਖਦੇ ਹੈਗੇ ਆ। ਇਸੇ ਤਰ੍ਹਾਂ ਇਹ ਵੀ ਇੱਕ ਏਜ ਰਿਲੇਟਡ ਪ੍ਰੋਸੈਸ ਹੈਗਾ, ਜਿਹੜਾ ਬੋਨ ਦੇ ਵਿੱਚ ਸਾਨੂੰ ਦਿਖਦਾ ਨਹੀਂ ਹੈ, ਅੰਦਰੋਂ ਅੰਦਰ ਹੀ ਚੱਲੀ ਜਾਂਦਾ ਹੈ। ਜੇ ਕਿਸੇ ਦੇ ਰਿੰਕਲਸ ਹੋ ਗਈਆਂ ਜਾਂ ਕਿਸੇ ਦੇ ਧੌਲੇ ਆ ਗਏ ਆ, ਤਾਂ ਉਹ ਇੱਕ ਨਾਰਮਲ ਪ੍ਰੋਸੈਸ ਜਿਸ ਤਰ੍ਹਾਂ ਅਸੀਂ ਲੈਂਦੇ ਹੈ, ਉਸੇ ਤਰੀਕੇ ਦੇ ਨਾਲ ਜਿਹੜੀ ਬੋਨ ਦੇ ਵਿੱਚ ਇਸ ਤਰ੍ਹਾਂ ਦੀ ਤਬਦੀਲੀ ਹੁੰਦੀ ਆ, ਉਹਨੂੰ ਵੀ ਅਸੀਂ ਇਸੇ ਤਰੀਕੇ ਨਾਲ ਲੈ ਸਕਦੇ ਹਾਂ। ਇਹ ਵੀ ਇੰਪੋਰਟੈਂਟ ਹੈ ਨੋਟ ਕਰਨਾ ਕਿ ਕਿਸੇ ਇੰਡੀਵਿਜੂਅਲ ਦੇ ਵਿੱਚ ਇਹ ਜ਼ਿਆਦਾ ਗ੍ਰੇ ਹੇਅਰ ਹੋ ਜਾਂਦੇ, ਕਈਆਂ ਦੇ ਜ਼ਿਆਦਾ ਧੌਲੇ ਆ ਜਾਂਦੇ ਆ, ਤੇ ਜ਼ਿਆਦਾ ਰਿੰਕਲਸ ਹੋ ਜਾਂਦੀਆਂ, ਝੁਰੜੀਆਂ ਪੈ ਜਾਂਦੀਆਂ ਆ, ਤੇ ਕਾਫੀ ਈਵਨ 40-45 ਸਾਲ ਦੇ ਵਿੱਚ ਇਹ ਹੋ ਜਾਂਦੀ ਹੈ, ਤੇ ਕਈਆਂ ਦੇ ਲੇਟ ਦੇ ਵਿੱਚ ਜਾ ਕੇ ਹੁੰਦੀ ਆ। ਇਹ ਇਸੇ ਤਰ੍ਹਾਂ ਜਿਹੜਾ ਬੋਨ ਲਾਸ ਹੈਗੀ ਆ, ਉਹਦਾ ਵੀ ਰੇਟ ਜਿਹੜਾ ਹੈਗਾ ਆ ਉਹ ਡਿਪੈਂਡ ਕਰਦਾ ਆ ਸਾਡੇ ਜੈਨੇਟਿਕ ਮੇਕਅਪ ਦੇ, ਕਿ ਸਾਨੂੰ ਆਪਣੇ ਮਾਤਾ ਪਿਤਾ ਤੋਂ ਕਿਸ ਤਰ੍ਹਾਂ ਦੇ ਜੀਨਸ ਮਿਲੇ ਹੈਗੇ ਆ, ਤੇ ਅਸੀਂ ਕਿਸ ਤਰ੍ਹਾਂ ਦੀ এনवायरमेंट ਦੇ ਵਿੱਚ ਰਹਿੰਦੇ ਆ, ਔਰ ਸਾਡੇ ਖੁਰਾਕ ਦੇ ਜਿਹੜੇ ਤੱਤ ਹੈਗੇ ਆ ਉਹ ਸਾਨੂੰ ਕਿਸ ਤਰ੍ਹਾਂ ਦੇ ਮਿਲਦੇ ਹੈਗੇ ਆ। ਫਿਰ ਅਗਲੀ ਸਟੇਜ ਜਿਹੜੀ ਹੈਗੀ ਆ ਉਹ ਹੈ ਥਰਡ ਸਟੇਜ। ਉਹਦੇ ਵਿੱਚ ਜਿੱਦਾਂ 45 ਤੋਂ 55 ਸਾਲ ਦੇ ਵਿੱਚ ਬ੍ਰੇਕਡਾਊਨ ਜਿਹੜੀ ਬੋਨ ਦੀ ਹੈਗੀ ਆ ਉਹ ਜ਼ਿਆਦਾ ਤੇਜ਼ ਗਤੀ ਫੜ ਲੈਂਦੀ ਹੈਗੀ ਆ, ਖਾਸ ਕਰਕੇ ਔਰਤਾਂ ਦੇ ਵਿੱਚ। ਇਹ ਜਿਹੜਾ ਇਫੈਕਟ ਹੈਗਾ ਇਹ ਮੀਨੋਪਾਜ਼ ਕਰਕੇ ਹੋ ਜਾਂਦਾ ਹੈਗਾ ਆ। ਤੇ ਇਹਦੇ ਨਾਲ ਕੀ ਹੁੰਦਾ ਕਿ ਸਾਡੇ ਲੇਡੀਜ਼ ਦੇ ਵਿੱਚ ਇਸਟ੍ਰੋਜਨ ਦੀ ਜਿਹੜੀ ਮਾਤਰਾ ਹੈਗੀ ਆ, ਹਾਰਮੋਨ ਲੇਡੀਜ਼ ਦਾ ਇੰਪੋਰਟੈਂਟ ਹਾਰਮੋਨ ਹੈ, ਉਹ ਘਟ ਜਾਂਦਾ ਹੈਗਾ ਆ। ਤੇ ਇਹ ਇਸ ਤਰ੍ਹਾਂ ਇੰਪੋਰਟੈਂਟ ਹੈਗਾ ਆ ਜੇ ਹੈਲਥ ਨੂੰ ਮੇਨਟੇਨ ਕਰਨਾ ਆ।
ਬੋਡੀ ਟਿਸ਼ੂਜ਼ ਨੂੰ ਜਿਹੜਾ ਕਿ ਐਸਟ੍ਰੋਜਨ ਕਰਦਾ ਹੈਗਾ ਆ, ਉਹਦੇ ਨਾਲ ਸਾਡੇ ਮਸਲਸ, ਸਾਡੇ ਲਿਗਾਮੈਂਟਸ ਤੇ ਸਾਡੇ ਟੈਂਡਨਸ ਜਿਹੜੇ ਹੈਗੇ ਆ, ਉਹਨਾਂ ਦੀ ਜਿਹੜੀ ਇੰਟੈਗ੍ਰਿਟੀ ਹੈਗੀ ਆ, ਉਹ ਐਸਟ੍ਰੋਜਨ ਤੇ ਡਿਪੈਂਡ ਕਰਦੀ ਆ। ਜਦੋਂ ਐਸਟ੍ਰੋਜਨ ਘਟ ਜਾਂਦਾ ਆ ਤੇ ਉਹ ਵੀ ਸਾਡੇ ਵੀਕ ਹੋ ਜਾਂਦੇ ਹੈਗੇ ਆ। ਤੇ ਜਿਹੜੀ ਲੇਡੀਜ਼ ਹੈਗੀਆਂ, ਉਸ ਤਕਰੀਬਨ 10 ਤੋਂ 20% ਜਿਹੜੀ ਬੋਨ ਹੈਗੀ ਆ, ਉਹ ਉਹਨਾਂ ਦੀ ਘਟ ਜਾਂਦੀ ਹੈਗੀ ਆ ਪਹਿਲਾਂ ਨਾਲੋਂ। ਤੇ ਬੋਨ ਡੈਂਸਿਟੀ ਜਿਹੜੀ ਹੈ 5 ਸਾਲ ਦੇ ਜਿਹੜੇ ਮੀਨੋਪਾਜ਼ ਦਾ ਸਮਾਂ ਹੈਗਾ ਆ, ਉਹਦੇ ਵਿੱਚ ਇਹ ਜਿਹੜੀ 10 ਤੋਂ 20% ਬੋਨ ਡੈਂਸਿਟੀ ਆ, ਉਹ ਘਟ ਜਾਂਦੀ ਆ। ਔਰ ਕਈਆਂ ਦੇ ਵਿੱਚ ਤਾਂ 30% ਤੱਕ ਦੀ ਜਿਹੜੀ ਬੋਨ ਡੈਂਸਿਟੀ ਹੈਗੀ ਆ, ਉਹ ਉਹਨਾਂ ਦੀ ਘਟ ਜਾਂਦੀ ਹੈਗੀ ਆ। ਮਤਲਬ ਇਹ ਆ ਕਿ ਇਹ ਵੀ ਅਨਕੋਮਨ ਨਹੀਂ ਹੈ ਕਿ ਲੇਡੀਜ਼ ਦੇ ਵਿੱਚ 2% ਜਿਹੜੀ ਬੋਨ ਮਿਨਰਲ ਡੈਂਸਿਟੀ ਹੈਗੀ ਆ, ਉਹ ਮੀਨੋਪਾਜ਼ ਦੇ ਵਿੱਚ ਹੋ ਗਈ ਹੋਵੇ 1 ਸਾਲ ਦੇ ਵਿੱਚ। ਮਤਲਬ ਜਿੰਨੇ ਸਾਲ ਦੇ ਵਿੱਚ ਮੀਨੋਪਾਜ਼ ਹੋਇਆ, ਉਹਦੇ ਵਿੱਚ 2% ਪ੍ਰਤੀ ਸਾਲ ਇਹ ਹੋਣ ਦੀ ਸੰਭਾਵਨਾ ਹੈਗੀ ਆ। ਤੇ ਆਦਮੀਆਂ ਦੇ ਵਿੱਚ ਵੀ ਇਸ ਤਰ੍ਹਾਂ ਦੀਆਂ ਸਿਮਿਲਰ ਚੇਂਜਸ ਹੁੰਦੀਆਂ ਹੈਗੀਆਂ ਆ। ਤੇ 65 ਸਾਲ ਤੱਕ ਔਰ ਉਹ ਵੀ ਇਸ ਤਰ੍ਹਾਂ ਦਾ ਹਾਰਮੋਨ ਟੈਸਟੋਸਟੇਰੋਨ ਉਹਨਾਂ ਦੇ ਵਿੱਚ ਹੁੰਦਾ ਆ, ਜਿਹੜਾ ਕਿ ਘਟ ਜਾਂਦਾ ਆ। ਤੇ ਇਸ ਤਰ੍ਹਾਂ ਉਹਨਾਂ ਦੀ ਬੋਨ ਡੈਂਸਿਟੀ ਵੀ ਘਟ ਜਾਂਦੀ ਹੈਗੀ ਆ। ਇਹ ਜਿਹੜਾ ਪੀਰੀਅਡ ਹਾਰਮੋਨ ਰਿਲੇਟਡ ਚੇਂਜਸ ਹੈਗੀਆਂ ਆ, ਇਹਨਾਂ ਨੂੰ ਅਸੀਂ 3rd ਸਟੇਜ ਕਹਿੰਦੇ ਹੈਗੇ ਆ। ਔਰ ਇਸ ਸਟੇਜ ਦੇ ਵਿੱਚ ਰਿਡਿਊਸਡ ਬੋਨ ਡੈਂਸਿਟੀ ਕਰਕੇ ਫ੍ਰੈਕਚਰਸ ਦੇ ਚਾਂਸਸ ਜਿਹੜੇ ਹੈਗੇ ਆ, ਉਹ ਬਹੁਤ ਜ਼ਿਆਦਾ ਹੋ ਜਾਂਦੇ ਹੈਗੇ ਆ। ਇਸ 3rd ਸਟੇਜ ਦੇ ਨਾਲ ਹੀ ਜਿਹੜੀ ਫ੍ਰੈਜਿਲਿਟੀ ਫ੍ਰੈਕਚਰ ਹੈਗੇ ਆ, ਉਹ ਜ਼ਿਆਦਾ ਹੋ ਜਾਂਦੇ ਆ, ਕਿਉਂਕਿ ਸਟ੍ਰੈਸ ਬੋਨ ਦੇ ਉੱਤੇ ਹੋਣ ਕਰਕੇ ਇਹ ਜ਼ਿਆਦਾ ਮਤਲਬ ਵਲਨਰੇਬਲ ਹੋ ਜਾਂਦੀਆਂ ਹੈਗੀਆਂ ਆ। ਇਹਨੂੰ ਅਸੀਂ ਯੰਗਰ ਈਅਰ ਦੇ ਵਿੱਚ ਨਾਰਮਲ ਕੰਸੀਡਰ ਕਰਦੇ ਸੀ, ਤੇ ਹੁਣ ਇਹ ਕਾਫੀ ਹੱਦ ਤੱਕ ਫ੍ਰੈਕਚਰ ਹੋਣ ਦਾ ਕਾਰਨ ਅਸੀਂ ਸਮਝਦੇ ਹੈਗੇ ਆ। ਕਿਸੇ ਆਪਣੇ ਪੈਟ ਦੇ ਉੱਤੇ ਦੀ ਤੁਸੀਂ ਲੰਘਦੇ ਆ ਤੇ ਟ੍ਰਿਪ ਕਰ ਗਏ ਆ, ਉਹਦੇ ਕਰਕੇ ਕਿਸੇ ਡੋਰ ਦੇ ਵਿੱਚ ਬੈਂਕ ਕਰਦੇ ਆ, ਉਹਦੇ ਨਾਲ ਵੀ ਗਿਰ ਗਏ ਆ। ਜਾਂ ਤੁਸੀਂ ਜੇ ਰਨਿੰਗ ਕਰਦੇ ਆ ਤਾਂ ਉਹਦੇ ਵਿੱਚ ਤੁਸੀਂ ਗਿਰ ਗਏ ਆ। ਜਾਂ ਤੁਸੀਂ ਜ਼ਿਆਦਾ ਅੱਗੇ ਨੂੰ ਫਾਰਵਰਡ ਬੈਂਡਿੰਗ ਕਰਦੇ ਹੈਗੇ ਆ, ਤੇ ਉਹਦੇ ਨਾਲ ਤੁਸੀਂ ਆਪਣੇ ਜਿਹੜੇ ਸਪਾਈਨ ਹੈਗਾ, ਉਹਨੂੰ ਫ੍ਰੈਕਚਰ ਕਰ ਲਿਆ। ਕਈ ਵਾਰੀ ਤੁਸੀਂ ਪਾਣੀ ਦੀ ਬਾਲਟੀ ਚੱਕਦੇ ਆ ਤੇ ਉਹਦੇ ਨਾਲ ਹੀ ਤੁਹਾਡਾ ਫ੍ਰੈਕਚਰ ਹੋ ਜਾਂਦਾ ਹੈਗਾ ਆ। ਤੇ ਇਸ ਤਰ੍ਹਾਂ ਦੇ ਨਾਲ ਇਹ ਜਿਹੜੇ ਫ੍ਰੈਕਚਰ ਹੈਗੇ ਆ, ਸਟ੍ਰੈਸ ਦੇ ਨਾਲ ਜਿਹੜੇ ਬਾਡੀ ਦੇ ਉੱਤੇ ਜਾਂ ਸਾਡੀ ਹੱਡੀਆਂ ਦੇ ਉੱਤੇ ਸਟ੍ਰੈਸ ਪੈਂਦਾ ਹੈਗਾ ਆ, ਉਹਦੇ ਨਾਲ ਇੰਪੈਕਟ ਦੇ ਕਰਕੇ ਇਹ ਫ੍ਰੈਕਚਰਸ ਹੋ ਜਾਂਦੇ ਹੈਗੇ ਆ। ਔਰ ਸਿਆਣਿਆਂ ਦੇ ਵਿੱਚ ਇਹ ਬਹੁਤ ਇੰਪੋਰਟੈਂਟ ਹੈਗਾ ਆ। 4th ਸਟੇਜ ਜਿਹੜੀ ਹੈਗੀ ਆ, ਕੋਈ ਵੀ ਇੰਟਰਵੈਂਸ਼ਨ ਦੇ ਇਲਾਵਾ ਇਹ 4th ਸਟੇਜ ਦੇ ਵਿੱਚ ਚਲੇ ਜਾਂਦੀ ਹੈ। ਇਸ ਸਟੇਜ ਦੇ ਵਿੱਚ ਜਿਹੜੇ ਸਿਗਨੀਫੀਕੈਂਟ ਬੋਨ ਲਾਸ ਹੋ ਜਾਂਦੀ ਹੈ, ਜਿਹੜੀ ਕਿ ਵਿਜ਼ੀਬਲ ਹੋਣ ਲੱਗ ਪੈਂਦੀ ਹੈਗੀ ਆ। ਉਹਦੇ ਨਾਲ ਕਿੱਦਾਂ ਹੋ ਜਾਂਦੀ ਹੈਗੀ ਆ, ਬੋਨ ਜਿਹੜੀਆਂ ਹੈਗੀਆਂ ਉਹ ਬਹੁਤ ਸੌਫਟ ਹੋ ਜਾਂਦੀਆਂ ਹੈਗੀਆਂ। ਉਹਨਾਂ ਦੇ ਵਿੱਚ ਫ੍ਰੈਜਿਲਿਟੀ ਫ੍ਰੈਕਚਰ, ਜਿਹੜੇ ਛੋਟੇ-ਛੋਟੇ ਫ੍ਰੈਕਚਰਸ ਜਿਹੜੇ ਹੈਗੇ ਆ, ਉਹ ਅਕਿਊਮੂਲੇਟ ਹੋ ਜਾਂਦੇ ਆ, ਖਾਸ ਕਰਕੇ ਸਪਾਈਨ ਦੇ ਵਿੱਚ। ਤੇ ਉਹਦੇ ਨਾਲ ਡਿਫਾਰਮਿਟੀ ਹੋ ਜਾਂਦੀ ਆ, ਜਿਹਨੂੰ ਖਾਸ ਕਰਕੇ 올ਡ ਏਜ ਦੇ ਵਿੱਚ ਕੁੱਬਾਪਨ ਕਹਿੰਦੇ ਹੈਗੇ ਆ, ਜਿਹੜਾ ਕਿ ਲੋਕਾਂ ਨੂੰ ਅੱਗੇ ਨੂੰ ਝੁਕਾ ਦਿੰਦਾ ਹੈਗਾ ਆ। ਇਹ ਸਾਰਾ ਹੀ ਸਾਰਾ ਜਿਹੜਾ ਪ੍ਰੋਬਲਮ ਹੈਗੀ ਆ, ਇਹ ਇਹਨਾਂ ਫ੍ਰੈਕਚਰਸ ਕਰਕੇ ਹੁੰਦੀ ਆ, ਕਿ ਜਿਹੜੇ ਸਾਡੇ ਮਣਕੇ ਹੈਗੇ ਆ, ਮਣਕਿਆਂ ਦੇ ਵਿੱਚ ਫ੍ਰੈਕਚਰ ਹੋ ਜਾਂਦਾ ਹੈਗਾ ਆ। ਫ੍ਰੈਕਚਰ ਕਰਕੇ ਉਹ ਇੱਕ ਦੂਜੇ ਦੇ ਨਾਲ ਮਤਲਬ ਅੱਗੇ ਨੂੰ ਝੁਕ ਜਾਂਦੇ ਆ, ਤੇ ਉਹਦੇ ਨਾਲ ਇੱਕ ਤਰ੍ਹਾਂ ਦਾ ਕੁੱਬ ਹੋ ਜਾਂਦਾ ਆ, ਤੇ ਉਹ ਵੇਟ ਜਿਹੜਾ ਹੈ ਪੂਰੇ ਤਰ੍ਹਾਂ ਸਹਿਣ ਨਹੀਂ ਕਰ ਸਕਦੇ। ਇੰਟੀਰੀਅਰ ਵੈਜਿੰਗ ਹੋ ਜਾਂਦੀ ਆ, ਮਤਲਬ ਉਹਨਾਂ ਦੇ ਜਿਹੜੇ ਅਗਲਾ ਪਾਸਾ ਹੁੰਦਾ ਵਰਟੀਬਰੇ ਦਾ, ਉਹ ਮਤਲਬ ਬਹਿ ਜਾਂਦਾ ਆ, ਤੇ ਉਹਦੇ ਨਾਲ ਜਿਹੜਾ ਪਿਛਲਾ ਪਾਸਾ ਹੈਗਾ ਆ, ਉਹ ਉੱਪਰ ਝੁਕਾ ਹੋ ਜਾਂਦਾ, ਤੇ ਅੱਗੇ ਨੂੰ ਉਹ ਝੁਕ ਜਾਂਦਾ ਹੈ। ਉਹਨੂੰ ਕਾਈਫੋਸਿਸ ਕਹਿੰਦੇ ਹੈਗੇ ਆ, ਕੁੱਬੇਪਨ ਨੂੰ। ਇਸ ਡਿਫਾਰਮਿਟੀ ਦੇ ਨਾਲ ਫਿਰ ਪੇਨ ਹੋਣਾ ਸ਼ੁਰੂ ਹੋ ਜਾਂਦਾ, ਕਿਉਂਕਿ ਜਿਹੜੀਆਂ ਨਾੜੀਆਂ ਹੈਗੀਆਂ ਆ, ਉਹਨਾਂ ਨੂੰ ਵੀ ਮਤਲਬ ਖਿੱਚ ਪੈ ਜਾਂਦੀ ਹੈਗੀ ਆ, ਤੇ
ਨੋਰਮਲ ਐਕਟੀਵਿਟੀਜ਼ ਜਿਹੜੀਆਂ ਕਰਨ ਦੇ ਵਿੱਚ ਬਹੁਤ ਪਰੇਸ਼ਾਨੀ ਹੁੰਦੀ ਆ, ਕਿਉਂਕਿ ਆਦਮੀ ਜ਼ਿਆਦਾ ਹਿੱਲ ਜੁਲ ਨਹੀਂ ਸਕਦਾ, ਕਿ ਜਦੋਂ ਹਿੱਲੂ ਜੁਲੂਗਾ ਤੇ ਉਹਨੂੰ ਦਰਦ ਹੋਏਗਾ, ਕਿਉਂਕਿ ਕਾਰ ਦੇ ਵਿੱਚ ਬੈਠਣ ਦੇ ਨਾਲ ਜਾਂ ਬੈੱਡ ਦੇ ਉੱਤੋਂ ਉੱਠਣ ਨਾਲ ਜਾਂ ਚੇਅਰ ਤੋਂ ਉੱਠਣ ਨਾਲ ਜਾਂ ਸਟੇਅਰਸ ਤੇ ਚੜ੍ਹਨ ਨਾਲ, ਪੌੜੀਆਂ ਚੜ੍ਹਨ ਨਾਲ ਤੇ ਆਪਣੇ ਆਪ ਨੂੰ ਵਾਸ਼ ਕਰਨਾ ਜਾਂ ਨਹਾਉਣ ਨਾਲ ਤੇ ਕਿਸੇ ਚੀਜ਼ ਨੂੰ ਉੱਪਰੋਂ ਚੱਕਣ ਦੇ ਨਾਲ, ਉਹ ਸਾਰੀਆਂ ਪ੍ਰੋਬਲਮਸ ਜਿਹੜੀਆਂ ਹੈ ਇਸ ਸਟੇਜ ਦੇ ਵਿੱਚ ਹੋਣੀਆਂ ਸ਼ੁਰੂ ਹੋ ਜਾਂਦੀਆਂ ਬਜ਼ੁਰਗਾਂ ਨੂੰ। ਰਿਸਕ ਫੈਕਟਰਸ ਕੀ ਹੈ, ਕਿਹਨਾਂ ਰਿਸਕ ਫੈਕਟਰਸ ਕਰਕੇ ਇਹ ਜਿਹੜੀ ਆਸਟੀਓਪੋਰੋਸਿਸ ਹੈ ਜਾਂ ਜਿਹੜੀ ਮੰਨ ਲਓ ਅਸੀਂ ਇਹਨੂੰ ਕਹਿੰਦੇ ਆ ਕਿ ਛਲਨੀ ਹੋ ਜਾਂਦਾ, ਛਲਨੀ ਹੋ ਗਿਆ ਮਤਲਬ ਬੋਨਸ ਜਿਹੜੀਆਂ ਛਲਨੀ ਹੋ ਗਈਆਂ ਆ, ਜਿਹੜਾ ਕਿ ਮੋਰ ਕਾਮਨ ਇਹ 올ਡਰ ਵੂਮਨਸ ਦੇ ਵਿੱਚ ਹੈਗਾ ਆ, ਜਿਹੜੇ ਕਿ ਰਿਸਕ ਫੈਕਟਰ ਇੱਕ ਤਾਂ ਹਾਰਮੋਨ ਡੈਫੀਸ਼ੀਐਂਸੀ ਹੈਗੀ ਆ, ਜਿਹੜੇ ਸਾਡੇ ਸੈਕਸ ਹਾਰਮੋਨਸ ਹੈ, ਜਿਸ ਤਰ੍ਹਾਂ ਆਸਟ੍ਰੋਜਨ ਤੇ ਆਸਟ੍ਰੋਜਨ ਤੇ ਟੈਸਟੋਸਟਰੋਨ ਹੈ, ਇਹਨਾਂ ਦੀ ਕਮੀ ਜਦੋਂ ਹੋ ਜਾਂਦੀ ਆ, ਥਾਇਰਾਇਡ ਦੇ ਵਿੱਚ ਵੀ ਕਈ ਥਾਇਰਾਇਡ ਹਾਰਮੋਨ ਜਿਹੜਾ ਹੈਗਾ ਆ, ਜਦੋਂ ਉਹਦੀ ਕਮੀ ਹੋ ਜਾਂਦੀ ਆ ਸਾਨੂੰ ਹਾਈਪੋਥਾਇਰਾਇਡ ਹੋ ਜਾਂਦੀ, ਜਾਂ ਇੱਕ ਗਲੈਂਡ ਹੈ ਸਾਡੇ ਥਾਇਰਾਇਡ ਦੇ ਪਿੱਛੇ ਪੈਰਾਥਾਇਰਾਇਡ ਛੋਟੀ ਜਿਹੀ ਗਲੈਂਡ ਹੈ, ਉਹਦੇ ਹਾਰਮੋਨ ਪੈਰਾਥਾਰਮੋਨ ਦੀ ਕਮੀ ਹੋ ਜਾਂਦੀ ਆ, ਤਾਂ ਉਹ ਇੱਕ ਵੱਡਾ ਰਿਸਕ ਫੈਕਟਰ ਹੈਗਾ ਆ। ਜਦੋਂ ਅਸੀਂ 올ਡਰ ਹੋ ਜਾਂਦੇ ਆ, ਮਤਲਬ ਉਹ ਵੀ ਇੱਕ ਰਿਸਕ ਫੈਕਟਰ ਹੈ ਕਿ ਜਿੱਦਾਂ ਜਿੱਦਾਂ ਏਜ ਵੱਧਦੀ ਹੈਗੀ ਆ, ਉਹਦੇ ਨਾਲ ਇਹ ਸਾਡਾ ਜਿਹੜੀ ਬੋਨ ਹੈਗੀ ਆ ਉਹ ਨੈਚੁਰਲ ਵੇ ਦੇ ਨਾਲ, ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਹੈ ਕਿ ਝੁਰੜੀਆਂ ਪੈਣਾ ਔਰ ਧੌਲੇ ਆਉਣਾ, ਇਸੇ ਤਰ੍ਹਾਂ ਜਿਹੜੇ ਬੋਨ ਦੀ ਜਿਹੜੀ ਡੈਂਸਿਟੀ ਹੈ ਉਹ ਵੀ ਘਟਦੀ ਹੈਗੀ ਆ। ਤੇ ਕਈ ਵਾਰੀ ਜਦੋਂ ਅਸੀਂ ਸਮਾਲ ਤੇ ਥਿਨ ਹੁੰਦੇ ਆ, ਫਿਰ ਵੀ ਸਾਡੀਆਂ ਬੋਨਸ ਜਿਹੜੀਆਂ ਹੈਗੀਆਂ ਆ ਉਹ ਰਿਸਕ ਫੈਕਟਰ ਹੋ ਜਾਂਦਾ ਹੈਗਾ ਆ। ਕਈਆਂ ਦੇ ਫੈਮਿਲੀ ਹਿਸਟਰੀ ਦੇ ਵਿੱਚ ਆਸਟੀਓਪੋਰੋਸਿਸ ਹੈ, ਜਿਨ੍ਹਾਂ ਨੂੰ ਮਾਤਾ ਪਿਤਾ ਨੂੰ ਆਸਟੀਓਪੋਰੋਸਿਸ ਹੋ ਗਿਆ, ਉਹਨਾਂ ਨੂੰ ਵੀ ਇਹ ਪ੍ਰੋਬਲਮ ਹੋ ਜਾਂਦੀ ਹੈਗੀ ਆ। ਕਈ ਜਿਹੜੇ ਮੈਡੀਸਿਨਸ ਰੈਗੂਲਰਲੀ ਇਸਤੇਮਾਲ ਕਰਦੇ ਹੈ, ਜਿਸ ਤਰ੍ਹਾਂ ਕਿ ਜਿਨ੍ਹਾਂ ਨੂੰ ਐਪੀਲੈਪਸੀ ਦੀ ਬਿਮਾਰੀ ਹੈ, ਉਹ ਐਪੀਲੈਪਸੀ ਲਈ ਦਵਾਈ ਇਸਤੇਮਾਲ ਕਰਦੇ ਆ। ਕਈਆਂ ਨੂੰ ਗੈਸਟ੍ਰੋਇਸੋਫੇਜੀਅਲ ਰਿਫਲਕਸ ਡਿਜ਼ੀਜ਼ ਹੈ, ਸਟਮਕ ਦੀ ਡਿਜ਼ੀਜ਼ ਹੈ, ਜਿਹਦੇ ਨਾਲ ਰਿਫਲਕਸ ਹੋ ਜਾਂਦਾ ਹੈਗਾ ਆ, ਉਹ ਬਿਮਾਰੀ ਦੀਆਂ ਜਿਹੜੀਆਂ ਦਵਾਈਆਂ ਯੂਜ਼ ਕਰਦੇ ਹੈਗੇ ਆ, ਉਹਨਾਂ ਨੂੰ ਵੀ ਪ੍ਰੋਬਲਮ ਹੋ ਜਾਂਦੀ ਹੈ। ਕੈਂਸਰ ਦੀਆਂ ਦਵਾਈਆਂ ਜਿਹੜੀਆਂ ਯੂਜ਼ ਕਰਦੇ ਆ, ਉਹਨਾਂ ਨੂੰ ਵੀ ਹੱਡੀਆਂ ਕਮਜ਼ੋਰ ਹੋ ਜਾਂਦੀਆਂ, ਤੇ ਜਿਨ੍ਹਾਂ ਦੇ ਟ੍ਰਾਂਸਪਲਾਂਟ ਰਿਜੈਕਸ਼ਨ ਹੋ ਗਈ, ਉਹਨਾਂ ਦੀ ਦਵਾਈਆਂ ਜਿਹੜੀਆਂ ਹੈਗੀਆਂ ਉਹਨਾਂ ਦੇ ਨਾਲ ਵੀ ਹੋ ਜਾਂਦੀਆਂ। ਜਿਹੜੀਆਂ ਅਸੀਂ ਨਾਰਮਲ ਐਲੂਮੀਨੀਅਮ ਹਾਈਡਰੋਕਸਾਈਡ ਦਾ ਐਂਟੀਸਿਡ ਯੂਜ਼ ਕਰਦੇ ਹੈਗੇ ਆ, ਕਿਉਂਕਿ ਐਲੂਮੀਨੀਅਮ ਜਿਹੜਾ ਹੈਗਾ ਆ ਉਹ ਕੈਲਸ਼ੀਅਮ ਦੇ ਐਂਟਾਗੋਨਿਸਟ ਹੋ ਜਾਂਦਾ ਹੈਗਾ ਆ, ਤੇ ਉਹਦੇ ਨਾਲ ਵੀ ਜਿਹੜੇ ਸਾਡੀ ਹੱਡੀਆਂ ਹੈਗੀਆਂ ਆ ਉਹ ਜ਼ਿਆਦਾ ਲੈਣ ਦੇ ਨਾਲ ਕਮਜ਼ੋਰ ਹੋ ਜਾਂਦੀਆਂ ਹੈ। ਤੇ ਖਾਸ ਕਰਕੇ ਜਿਹੜੀਆਂ ਵਾਈਟ ਔਰ ਏਸ਼ੀਅਨ ਵੂਮਨ ਹੈ, ਉਹਨਾਂ ਦੇ ਵਿੱਚ ਆਸਟੀਓਪੋਰੋਸਿਸ ਜ਼ਿਆਦਾ ਦੇਖਣ ਨੂੰ ਮਿਲਦਾ ਹੈਗਾ ਆ, ਤੇ ਲੋ ਬੋਨ ਡੈਂਸਿਟੀ ਹੁੰਦੀ ਜਿਨ੍ਹਾਂ ਦੀ ਆਲਰੇਡੀ, ਉਹਨਾਂ ਨੂੰ ਵੀ ਇਹ ਰਿਸਕ ਫੈਕਟਰ ਹੈਗਾ। ਕਈ ਡਾਇਟਰੀ ਫੈਕਟਰਸ ਹੈਗੇ ਆ, ਜੇ ਤੁਹਾਡੇ ਕੈਲਸ਼ੀਅਮ ਦੀ ਮਾਤਰਾ ਘੱਟ ਹੈ ਬਾਡੀ ਦੇ ਵਿੱਚ, ਤੇ ਤੁਹਾਡੇ ਕਈ ਈਟਿੰਗ ਡਿਸਆਰਡਰਸ ਹੈਗੇ ਆ, ਜਿਸ ਤਰ੍ਹਾਂ ਕਿ ਤੁਸੀਂ ਮਤਲਬ ਖਾਣਾ ਹੀ ਨਹੀਂ, ਜਿਸ ਤਰ੍ਹਾਂ ਲੜਕੀਆਂ ਹੈਗੀਆਂ ਆ, ਉਹ ਆਪਣੇ ਖਾਣ ਦੇ ਉੱਤੇ ਬਹੁਤ ਖਿਆਲ ਰੱਖਦੀਆਂ ਆ, ਔਰ ਉਹ ਮਤਲਬ ਖੁਰਾਕ ਖਾਂਦੀਆਂ ਹੀ ਨਹੀਂ ਕਿ ਪਤਲੀਆਂ ਰਹਿਣਾ ਆ, ਅਸੀਂ ਮੋਟੀਆਂ ਨਾ ਹੋ ਜਾਈਏ, ਉਹਨਾਂ ਦੇ ਡਿਸਆਰਡਰਸ ਹੈਗੇ ਆ। ਤੇ ਕਈ ਵਾਰੀ ਜਦੋਂ GI ਸਰਜਰੀ ਹੁੰਦੀ ਆ, ਗੈਸਟ੍ਰੋ ਇੰਟੈਸਟਾਈਨਲ ਸਰਜਰੀ ਤੋਂ ਬਾਅਦ ਸਾਡੀ ਕਾਫੀ ਜਿਹੜੀ ਇੰਟੈਸਟਾਈਨ ਹੈਗੀ ਆ ਉਹਨੂੰ ਕੱਟ ਦਿੱਤਾ ਜਾਂਦਾ ਆ, ਤੇ ਉਹਦੇ ਨਾਲ ਵੀ ਕਾਫੀ ਜਿਹੜੀ ਸਾਡੀ ਐਬਜ਼ੌਰਪਸ਼ਨ ਹੈਗੀ ਆ ਖੁਰਾਕ ਦੀ ਉਹ ਘਟ ਜਾਂਦੀ ਹੈਗੀ ਆ, ਤੇ ਉਹਦੇ ਨਾਲ ਵੀ ਇਹ ਰਿਸਕ ਫੈਕਟਰ ਹੋ ਸਕਦਾ ਹੈਗਾ ਆ। ਤੇ ਹੋਰ ਮੈਡੀਕਲ ਕੰਡੀਸ਼ਨਸ ਹੈਗੀਆਂ, ਜਿੱਦਾਂ ਸੀਲੀਅਕ ਡਿਜ਼ੀਜ਼ ਹੈ, ਇਹਦੇ ਵਿੱਚ ਕਿਡਨੀ ਦੀਆਂ ਡਿਜ਼ੀਜ਼ਸ ਹੈਗੀਆਂ, ਗੁਰਦਿਆਂ ਦੀਆਂ ਡਿਜ਼ੀਜ਼ਸ ਹੈਗੀਆਂ, ਇਨਫਲੇਮੇਟਰੀ ਬਾਊਲ ਡਿਜ਼ੀਜ਼ਸ ਹੈਗੀਆਂ ਆ, ਜਿਸ ਤਰ੍ਹਾਂ ਕਿ ਅਲਸਰੇਟਿਵ ਕੋਲਾਈਟਿਸ ਹੈ, ਕ੍ਰੋਨਸ ਹੈ, ਜਾਂ ਹੋਰ ਵੀ IBD ਹੈ। ਇਹ ਸਾਰੀਆਂ ਜਿਹੜੀਆਂ ਇਹਨਾਂ ਦੇ ਵਿੱਚ ਜਿਹੜੀ ਐਬਜ਼ੌਰਪਸ਼ਨ ਹੈਗੀ ਆ ਉਹ ਘਟ ਜਾਂਦੀ ਹੈਗੀ ਆ। ਕਈ ਕੈਂਸਰਸ ਦੇ ਵਿੱਚ ਵੀ ਤੁਹਾਡੇ ਕਾਫੀ ਐਸਥੀਨੀਆ ਹੋ ਜਾਂਦਾ ਆ, ਔਰ ਖੁਰਾਕ ਜਿਹੜੀ ਹੈਗੀ ਆ ਉਹ ਪੂਰੀ ਤਰ੍ਹਾਂ ਹਜ਼ਮ ਨਹੀਂ ਹੁੰਦੀ, ਔਰ ਜਿਹੜੇ ਸਾਡੇ ਤੱਤ ਹੈਗੇ ਆ ਜਿਹੜੇ ਕਿ ਹੱਡੀਆਂ ਨੂੰ ਬਣਾਉਣ ਵਾਲੇ ਹੈਗੇ ਆ, ਉਹ ਕੈਲਸ਼ੀਅਮ ਹੈ, ਮੈਗਨੀਸ਼ੀਅਮ ਹੈ, ਵਿਟਾਮਿਨ D ਹੈ, ਔਰ ਆਪਣੇ ਪ੍ਰੋਟੀਨਸ ਹੈ, ਉਹ ਵੀ ਹੁੰਦੀਆਂ ਨਹੀਂ ਹੈ।
ਕੈਂਸਰ ਦੇ ਵਿੱਚ ਮਲਟੀਪਲ ਮਾਈਲੋਮਾ ਦੀ ਬਿਮਾਰੀ ਹੈਗੀ ਆ, ਉਹ ਹੋ ਜਾਂਦੀ ਆ। ਕਈਆਂ ਨੂੰ ਰਿਊਮੇਟਾਇਡ ਆਰਥਰਾਈਟਿਸ, ਜਿਹੜੇ ਜੋੜਾਂ ਦੀਆਂ ਬਿਮਾਰੀਆਂ ਹੈਗੀਆਂ, ਉਹਨਾਂ ਦੇ ਵਿੱਚ ਵੀ ਇਹ ਜਿਹੜੀ ਆਸਟੀਓਪਰੋਸਿਸ ਦੀ ਬਿਮਾਰੀ ਹੈਗੀ ਆ ਉਹ ਹੋ ਸਕਦੀ ਹੈਗੀ ਆ। ਕਈ ਵਾਰੀ ਲਾਈਫ ਸਟਾਈਲ ਚੋਇਸਿਸ ਹੈਗੀਆਂ ਆ, ਜਿਸ ਤਰ੍ਹਾਂ ਸਾਡੇ ਸਿਡੈਂਟਰੀ ਹੈਬਿਟਸ ਹੈਗੀਆਂ, ਅਸੀਂ ਆਪਣੀ ਬਾਡੀ ਨੂੰ ਮੂਵ ਨਹੀਂ ਕਰਦੇ, ਸਦਾ ਬੈਠੇ ਰਹਿੰਦੇ ਹੈਗੇ ਆ, ਲੰਮੇ ਪੈ ਰਹਿੰਦੇ ਆ, ਜਾਂ ਬਾਡੀ ਨੂੰ ਇਸਤੇਮਾਲ ਹੀ ਨਹੀਂ ਕਰਦੇ। ਉਹਨਾਂ ਮਤਲਬ ਫੈਕਟਰਸ ਦੇ ਕਰਕੇ ਵੀ ਸਾਡੀ ਜਿਹੜੀ ਬੋਨਸ ਹੈਗੀਆਂ ਆ ਉਹ ਕਮਜ਼ੋਰ ਹੋ ਜਾਂਦੀਆਂ ਹੈਗੀਆਂ ਆ। ਕਿ ਜਿਹੜੇ ਐਕਸੈਸਿਵ ਅਲਕੋਹਲ ਔਰ ਤੰਬਾਕੂ ਦਾ ਯੂਜ਼ ਕਰਦੇ ਹੈਗੇ ਆ, ਉਹਨਾਂ ਦੀਆਂ ਵੀ ਹੱਡੀਆਂ ਜਿਹੜੀਆਂ ਹੈਗੀਆਂ ਆ ਉਹ ਕਾਫੀ ਕਮਜ਼ੋਰ ਹੋਣ ਦਾ ਸ਼ੱਕ ਹੋ ਜਾਂਦਾ ਹੈਗਾ ਆ। ਹੁਣ ਅਸੀਂ ਦੇਖਦੇ ਹਾਂ ਕਿ ਇਹਦੇ ਨਾਲ ਸਾਨੂੰ ਕਿਸ ਤਰ੍ਹਾਂ ਦੀਆਂ ਅਲਾਮਤਾਂ ਹੁੰਦੀਆਂ ਹੈਗੀਆਂ। ਇਹ ਇੱਕ ਐਸੀ ਬਿਮਾਰੀ ਹੈ ਜਿਹੜੀ ਕਿ ਸਾਇਲੈਂਟ ਕਿਲਰ ਡਿਜ਼ੀਜ਼ ਹੈਗੀ ਆ। ਇਹਦੇ ਵਿੱਚ ਕੋਈ ਵੀ ਬਿਮਾਰੀ ਜਿਹੜੀ ਹੈ ਅਰਲੀ ਸਟੇਜ ਦੇ ਵਿੱਚ, ਇਸ ਬਿਮਾਰੀ ਦੇ ਵਿੱਚ ਕੋਈ ਵੀ ਸਿੰਪਟਮ ਸਾਨੂੰ ਨਹੀਂ ਨਜ਼ਰ ਆਉਂਦਾ, ਪਤਾ ਹੀ ਨਹੀਂ ਲੱਗਦਾ ਕਿ ਇਹ ਸਾਨੂੰ ਬਿਮਾਰੀ ਹੈ ਜਾਂ ਨਹੀਂ ਹੈ, ਜਦੋਂ ਤੱਕ ਅਸੀਂ ਆਪਣਾ ਟੈਸਟ ਨਹੀਂ ਕਰਾਉਂਦੇ। ਤੇ ਜਿਹੜੀਆਂ ਇੱਕ ਵਾਰੀ ਜਦੋਂ ਬੋਨਸ ਹੈਗੀਆਂ ਆ ਉਹ ਕਮਜ਼ੋਰ ਹੋ ਜਾਂਦੀਆਂ ਉਸ ਪ੍ਰੋਸੈਸ ਨਾਲ, ਤੇ ਫਿਰ ਤੁਹਾਨੂੰ ਕਈ ਤਰ੍ਹਾਂ ਦੇ ਸਾਈਨਸ ਐਂਡ ਸਿੰਪਟਮਸ ਜ਼ਿਆਦਾ ਜਿਹੜੇ ਹੈਗੇ, ਜਦੋਂ ਜ਼ਿਆਦਾ ਸਟੇਜ ਹੋ ਜਾਂਦੀ ਆ ਫਿਰ ਤੁਹਾਨੂੰ ਪਤਾ ਲੱਗਦਾ ਹੈ। ਇਹਦੇ ਨਾਲ ਕਈਆਂ ਨੂੰ ਬੈਕ ਪੇਨ ਹੋਣਾ ਸ਼ੁਰੂ ਹੋ ਜਾਂਦਾ ਹੈਗਾ, ਜਿਹੜਾ ਕਿ ਕੋਲੈਪਸਡ ਵਰਟੀਬਰਾ ਜਿਹੜਾ ਹੈਗਾ, ਮਣਕਾ ਹੈਗਾ ਆ, ਅਗਰ ਕੋਲੈਪਸ ਕਰ ਗਿਆ ਹੈਗਾ ਆ ਉਹਦੇ ਫ੍ਰੈਕਚਰ ਕਰਕੇ, ਤੇ ਉਹਦੇ ਨਾਲ ਪੇਨ ਜਿਹੜਾ ਬੈਕ ਹੈਗਾ ਆ ਉਹ ਤੁਹਾਨੂੰ ਮਹਿਸੂਸ ਹੋਣਾ ਹੋਵੇਗਾ। ਕਈਆਂ ਦੀ ਜਿਹੜੀ ਲਾਸ ਆਫ ਹਾਈਟ ਹੈ ਓਵਰ ਟਾਈਮ, ਕਿਉਂਕਿ ਉਹ ਅੱਗੇ ਹਾਈਟ ਪੂਰੀ ਸੀ, ਫਿਰ ਉਹ ਝੁਕਣ ਲੱਗ ਪਏ ਹੈਗੇ ਆ, ਉਹਨਾਂ ਦੀ ਹਾਈਟ ਘਟ ਗਈ ਹੈਗੀ ਆ। ਸਟੂਪਡ ਪੋਸਚਰ, ਜਿੱਦਾਂ ਕੁੱਬਾਪਨ ਮੈਂ ਤੁਹਾਨੂੰ ਕਿਹਾ ਹੈ, ਉਹ ਵੀ ਇਹਦੇ ਵਿੱਚ ਦਿਸਣ ਲੱਗ ਪੈਂਦਾ ਹੈਗਾ ਆ। ਜੇ ਬੋਨ ਜਿਹੜੀ ਟੁੱਟ ਜਾਂਦੀ ਹੈਗੀ ਆ, ਉਹਦੇ ਨਾਲ ਜਿੰਨੇ ਵੀ ਸਿੰਪਟਮਸ ਹੁੰਦੇ ਆ, ਕੋਈ ਵੀ ਬੋਨ ਹੈ, ਹਿਪ ਬੋਨ ਹੈ ਜਾਂ ਰਿਸਟ ਬੋਨ ਹੈ ਜਾਂ ਸਪਾਈਨ ਦੀ ਹੈ, ਉਹਦੇ ਨਾਲ ਜਿੰਨੀਆਂ ਵੀ ਅਲਾਮਤਾਂ ਹੁੰਦੀਆਂ ਹੈਗੀਆਂ ਆ ਉਹ ਸਾਰੇ ਇਹਦੇ ਸਾਈਨਸ ਐਂਡ ਸਿਮਪਟਮਸ ਹੈ। ਕਈਆਂ ਦੇ ਵਿੱਚ ਜਿਹੜੇ ਰਿਸੀਡਿੰਗ ਗਮਸ ਹੈਗੇ ਆ, ਜਿਹੜਾ ਸਾਡਾ ਮਸੂੜਾ ਹੈਗਾ ਆ ਉਹ ਸਾਡੇ ਦੰਦਾਂ ਨਾਲੋਂ ਜ਼ਿਆਦਾ ਥੱਲੇ ਹੋ ਜਾਣਾ ਰਿਸੀਡ ਕਰਨ ਲੱਗ ਪੈਂਦਾ ਹੈ, ਘਟਣਾ ਸ਼ੁਰੂ ਹੋ ਜਾਂਦਾ ਹੈ। ਇਹ ਵੀ ਆਸਟੀਓਪਰੋਸਿਸ ਦੀ ਇੱਕ ਅਲਾਮਤ ਹੈਗੀ ਆ। ਫਿਰ ਕਿਹੜੇ ਫੂਡਸ ਹੈਗੇ ਆ ਜਿਹੜੇ ਕਿ ਬੋਨ ਡੈਂਸਿਟੀ ਨੂੰ ਡਿਸਟਰੋਏ ਕਰਦੇ ਹੈ। ਇੱਕ ਤਾਂ ਐਕਸੈਸ ਸਾਲਟ, ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਹੈਗਾ, ਹਾਈਡਰੋਜੀਨੇਟਿਡ ਆਇਲਸ ਜਿੰਨੇ ਹੈਗੇ ਆ ਉਹ ਸਾਰੇ ਹੀ ਇਸ ਬੋਨ ਡੈਂਸਿਟੀ ਨੂੰ ਘਟਾਉਂਦੇ ਹੈਗੇ ਆ। ਅਲਕੋਹਲ ਹੈ, ਫੂਡ ਰਿਚ ਇਨ ਵਿਟਾਮਿਨ ਏ, ਵਿਟਾਮਿਨ ਏ ਜਿਹੜਾ ਹੈ ਇਹ ਵਿਟਾਮਿਨ ਡੀ ਦਾ ਪ੍ਰਤੀਦਵੰਦੀ ਹੈ। ਸੋ ਇਸ ਕਰਕੇ ਜੇ ਜ਼ਿਆਦਾ ਵਿਟਾਮਿਨ ਏ ਲੈਣੇ ਹੈਗੇ ਆ ਤਾਂ ਉਹ ਵਿਟਾਮਿਨ ਡੀ ਨੂੰ ਘਟਾਉਂਦਾ ਹੈਗਾ, ਤੇ ਉਹਦੇ ਨਾਲ ਵੀ ਬੋਨ ਲਾਸ ਹੋ ਜਾਂਦੀ ਹੈਗੀ ਆ। ਸੌਫਟ ਡਰਿੰਕਸ ਜਿੰਨੀਆਂ ਵੀ ਅਸੀਂ ਪੀਨੇ ਹੈਗੇ ਆ, ਉਹਨਾਂ ਦੇ ਵਿੱਚ ਵੀ ਕਾਫੀ ਐਸੇ ਪਦਾਰਥ ਹੁੰਦੇ ਆ, ਐਸਿਡਸ ਹੁੰਦੇ ਆ, ਜਿਹੜੇ ਕਿ ਕੈਲਸ਼ੀਅਮ ਨੂੰ ਅਬਜ਼ੌਰਬ ਨਹੀਂ ਹੋਣ ਦਿੰਦੇ। ਔਰ ਜਿਸ ਤਰ੍ਹਾਂ ਕਿ ਪੈਪਸੀ ਹੈ, ਕੋਕਾ ਕੋਲਾ ਹੈ, ਥਮਸ ਅਪ ਹੈ, ਲਿਮਕਾ ਹੈ, ਇਹ ਸਾਰੇ ਜਿਹੜੇ ਹੈਗੇ ਆ ਇਹ ਸਾਡੀ ਬੋਨ ਡੈਂਸਿਟੀ ਨੂੰ ਘਟਾਉਣ ਦੇ ਵਿੱਚ ਬਹੁਤ ਜ਼ਿਆਦਾ ਮਦਦਗਾਰ ਹੁੰਦੇ ਹੈਗੇ ਆ। ਡੇਰੀ ਪ੍ਰੋਡਕਟਸ ਵੀ, ਜਿਸ ਤਰ੍ਹਾਂ ਕਿ ਵੈਸੇ ਤਾਂ ਸਾਡੀ ਜਿਹੜੀ ਕਨਵੈਨਸ਼ਨਲ ਮੈਡੀਸਨ ਆ, ਉਹਨਾਂ ਨੇ ਕਿਹਾ ਹੈ ਕਿ ਕੈਲਸ਼ੀਅਮ ਦੇ ਲਈ ਦੁੱਧ ਜ਼ਿਆਦਾ ਪੀਣਾ ਚਾਹੀਦਾ ਹੈ, ਪਰ ਇਹ ਐਕਚੁਅਲ ਦੇ ਵਿੱਚ ਦੇਖਿਆ ਗਿਆ ਹੈ ਕਿ ਜਿੰਨੇ ਵੀ ਦੇਸ਼, ਜਿਸ ਤਰ੍ਹਾਂ ਡੈਨਮਾਰਕ ਹੈਗਾ, ਡੈਨਮਾਰਕ ਦੇ ਵਿੱਚ ਦੁੱਧ ਜਿਹੜਾ ਹੈਗਾ ਆ ਬਹੁਤ ਜ਼ਿਆਦਾ ਪੀਤਾ ਜਾਂਦਾ ਹੈਗਾ ਆ, ਪਰ ਉੱਥੇ ਦੇ ਲੋਕਾਂ ਦੇ ਵਿੱਚ ਆਸਟੀਓਪਰੋਸਿਸ ਦੀ ਮਾਤਰਾ ਬਹੁਤ ਜ਼ਿਆਦਾ ਹੈਗੀ ਆ। ਔਰ ਇਸ ਕਰਕੇ ਜਿਹੜੇ ਡੇਰੀ ਪ੍ਰੋਡਕਟਸ ਕੱਲੇ ਹੈਗੇ ਆ, ਉਹ ਉਹਨਾਂ ਦੇ ਵਿੱਚ ਕੈਲਸ਼ੀਅਮ ਤਾਂ ਹੈ, ਪਰ ਉਹ ਅਬਜ਼ੌਰਪਸ਼ਨ ਜਿਹੜੀ ਹੈਗੀ ਆ ਉਹ ਇੰਨੀ ਨਾਰਮਲ ਨਹੀਂ ਹੁੰਦੀ। ਸਾਡੀ ਬਾਡੀ ਇਸ ਤਰ੍ਹਾਂ ਨਹੀਂ ਬਣਦੀ, ਉਹਦੇ ਨਾਲ ਇਹ ਵੀ ਇੱਕ ਕਾਰਨ ਜਿਹੜਾ ਹੈਗਾ ਆ ਹੋ ਸਕਦਾ ਹੈਗਾ ਆ। ਕਿਸ ਤਰ੍ਹਾਂ ਅਸੀਂ ਆਸਟੀਓਪਰੋਸਿਸ ਨੂੰ ਰੋਕ ਸਕਦੇ ਹੈਗੇ ਆ? ਇੱਕ ਤਾਂ ਐਕਸਰਸਾਈਜ਼ ਹੈਗੀ ਆ, ਐਕਸਰਸਾਈਜ਼ ਜਿਹੜੀ ਹੈਗੀ ਆ ਉਹ ਬਹੁਤ ਇੰਪੋਰਟੈਂਟ ਹੈਗੀ ਆ। ਉਹਦੇ ਨਾਲ ਸਾਡੇ ਜਿਹੜੇ ਮਸਲਸ ਹੈਗੇ ਉਹਨਾਂ ਦੀ ਟੋਨ ਸਟਰੈਂਥ ਹੁੰਦੀ ਹੈ, ਔਰ ਜਿੰਨਾ ਚਿਰ ਖਿਚਾਅ ਹੋਏਗਾ ਬੋਨ ਦੇ ਉੱਤੇ, ਉਹਦੇ ਨਾਲ ਜ਼ਿਆਦਾ ਤੋਂ ਜ਼ਿਆਦਾ ਜਿਹੜੀ ਹੈਗੀ ਆ ਸਾਡੀ ਬੋਨ ਦੀ ਡੈਂਸਿਟੀ ਹੈਗੀ ਆ ਉਹ ਜ਼ਿਆਦਾ ਹੋਏਗੀ, ਔਰ ਉਹਦੇ ਨਾਲ ਸਾਡਾ ਜਿਹੜਾ ਬੋਨ ਦੀ ਸਟਰੈਂਥ ਹੈਗੀ ਆ ਉਹ ਵੱਧ ਜਾਏਗੀ। ਇਹ ਕਦੇ ਵੀ ਮਤਲਬ ਲੇਟ ਨਹੀਂ ਹੋਇਆ ਕਿ ਜਦੋਂ ਤੁਸੀਂ ਐਕਸਰਸਾਈਜ਼ ਸ਼ੁਰੂ ਕਰੋ। ਪੋਸਟ ਮੀਨੋਪਾਜ਼ਲ ਵੂਮਨ ਜਿਹੜੀਆਂ ਹੈਗੀਆਂ ਆ, ਅਗਰ ਉਹ ਰੈਗੂਲਰ ਫਿਜ਼ੀਕਲ ਐਕਟੀਵਿਟੀ ਕਰਦੀਆਂ ਹੈਗੀਆਂ ਆ
ਤਾਂ ਉਹਨਾਂ ਦੇ ਵਿੱਚ ਆਸਟੀਓਪੋਰੋਸਿਸ ਘੱਟ ਹੋ ਸਕਦਾ ਆ ਜਾਂ ਹਟ ਵੀ ਸਕਦਾ ਆ, ਨਹੀਂ ਵੀ ਹੋ ਸਕਦਾ। ਤੁਸੀਂ ਆਪਣੀ ਅਗਰ ਮਸਲ ਸਟਰੈਂਥ ਵਧਾਓਗੇ ਤਾਂ ਮਸਲ ਸਟਰੈਂਥ ਦੇ ਨਾਲ ਤੁਹਾਡੀ ਬੋਨਸ ਜਿਹੜੀਆਂ ਹੈਗੀਆਂ ਉਹ ਵੀ ਸਟਰੋਂਗ ਹੋਣਗੀਆਂ। ਅਗਰ ਤੁਸੀਂ ਆਪਣਾ ਬੈਲੈਂਸ ਇੰਪਰੂਵ ਕਰੋਗੇ, ਅਗਰ ਬੈਲੈਂਸ ਐਕਸਰਸਾਈਜ਼ਸ ਕਰਦੇ ਆ ਉਹਦੇ ਨਾਲ ਤੁਹਾਡਾ ਬੈਲੈਂਸ ਅਗਰ ਇੰਪਰੂਵ ਹੋਏਗਾ ਤਾਂ ਤੁਹਾਡੇ ਫਾਲਸ ਜਿਹੜੇ ਹੈਗੇ ਆ, ਤੁਹਾਡੇ ਡਿੱਗਣ ਦੇ ਚਾਂਸਸ ਹੈਗੇ ਔਰ ਫ੍ਰੈਕਚਰ ਦੇ ਚਾਂਸਸ ਹੈਗੇ ਆ ਉਹ ਵੀ ਘਟ ਜਾਣਗੇ। ਤੁਸੀਂ ਆਪਣੇ ਬੋਨ ਦੇ ਫ੍ਰੈਕਚਰ ਦੇ ਚਾਂਸਸ ਬਿਲਕੁਲ ਘਟਾ ਸਕਦੇ ਹੋ ਅਗਰ ਤੁਹਾਡਾ ਬੈਲੈਂਸ ਜਿਹੜਾ ਹੈ ਉਹ ਆਪਣੀ ਕਾਫੀ ਉਮਰ ਤੱਕ ਠੀਕ ਰਹਿੰਦਾ ਹੈਗਾ ਆ। ਤੁਸੀਂ ਇਹ ਆਪਣਾ ਜਿਹੜਾ ਪੋਸਚਰ ਹੈਗਾ ਆ ਉਹਨੂੰ ਵੀ ਆਪਣੀਆਂ ਐਕਸਰਸਾਈਜ਼ਸ ਦੇ ਨਾਲ ਇੰਪਰੂਵ ਕਰ ਸਕਦੇ ਹੈਗੇ ਆ ਜਾਂ ਮੇਨਟੇਨ ਕਰ ਸਕਦੇ ਹੈਗੇ ਆ। ਤੇ ਜਿਹੜਾ ਪੇਨ ਹੈਗਾ ਹੁੰਦਾ, ਪੇਨ ਜ਼ਿਆਦਾਤਰ ਜਿਹੜਾ ਹੈਗਾ ਆ ਕਈ ਵਾਰੀ ਤਾਂ ਹੱਡੀਆਂ ਦੇ ਵਿੱਚ ਹੁੰਦਾ ਆ ਔਰ ਕਈ ਵਾਰੀ ਜਿਹੜੇ ਨਾਲ ਦੇ ਮਸਲਸ ਹੈ ਔਰ ਲਿਗਾਮੈਂਟਸ ਔਰ ਟੈਂਡਨਸ ਹੈਗੇ ਆ ਉਹਨਾਂ ਦੇ ਵਿੱਚ ਸਾਨੂੰ ਨਾਰਮਲੀ ਪੇਨ ਜ਼ਿਆਦਾ ਹੁੰਦਾ ਆ ਤੇ ਅਸੀਂ ਕਹਿੰਦੇ ਆ ਕਿ ਸਾਡਾ ਜਿਹੜੇ ਹੱਡੀਆਂ ਕਰਕੇ ਹੁੰਦਾ ਜਾਂ ਜੁਆਇੰਟਸ ਕਰਕੇ ਹੁੰਦਾ। ਜੁਆਇੰਟਸ ਦੇ ਵਿੱਚ ਵੀ ਹੋ ਸਕਦਾ ਪਰ ਜ਼ਿਆਦਾਤਰ ਜਿਹੜਾ ਪੇਨ ਹੈਗਾ ਆ ਉਹ ਨਾਲ ਦੇ ਜਿਹੜੇ ਹੈਗੇ ਆ ਮਸਲਸ, ਟੈਂਡਨਸ ਔਰ ਜੁਆਇੰਟ ਔਰ ਲਿਗਾਮੈਂਟਸ ਹੈਗੇ ਆ ਉਹਨਾਂ ਦੇ ਕਰਕੇ, ਉਹਨਾਂ ਦੀ ਵੀਕਨੈਸ ਕਰਕੇ, ਉਹਨਾਂ 'ਚ ਸੋਜ ਕਰਕੇ ਹੁੰਦਾ ਆ। ਅਗਰ ਅਸੀਂ ਐਕਸਰਸਾਈਜ਼ ਕਰਦੇ ਹਾਂ ਤਾਂ ਉਹਨਾਂ ਨੂੰ ਅਸੀਂ ਰਿਲੀਵ ਕਰ ਸਕਦੇ ਹੈਗੇ ਆ। ਇਹਦੇ ਵਿੱਚ ਇੱਕ ਖਾਸ ਚੀਜ਼ ਦੱਸਣਾ ਚਾਹੁੰਦਾ ਆ ਕਿ ਹਾਈ ਇੰਟੈਂਸਿਟੀ ਐਕਸਰਸਾਈਜ਼ਸ ਜਿਹੜੀਆਂ ਹੈਗੀਆਂ ਉਹ ਅਵੋਇਡ ਕਰਨੀਆਂ ਚਾਹੀਦੀਆਂ ਹੈਗੀਆਂ, ਜਿੱਦਾਂ ਕਿ ਜੰਪਿੰਗ ਹੈ ਜਾਂ ਰਨਿੰਗ ਹੈ, ਜੋਗਿੰਗ ਹੈ। ਇਹਦੇ ਨਾਲ ਕੀ ਇੰਪੈਕਟ ਜਿਹੜੀ ਹੈ ਡਾਇਰੈਕਟ ਬੋਨ ਦੇ ਉੱਤੇ ਪੈਂਦੀ ਹੈਗੀ ਆ ਔਰ ਉਹਦੇ ਨਾਲ ਫ੍ਰੈਕਚਰ ਹੋਣ ਦੇ, ਜੇ ਅਗਰ ਆਲਰੇਡੀ ਤੁਹਾਡਾ ਆਸਟੀਓਪੋਰੋਸਿਸ ਦੇ ਪ੍ਰੋਸੈਸ ਸ਼ੁਰੂ ਹੋ ਗਿਆ ਆ ਉਹਦੇ ਨਾਲ ਇਹਦੇ ਨਾਲ ਜ਼ਿਆਦਾ ਪ੍ਰੋਬਲਮ ਹੋ ਸਕਦੀ ਹੈਗੀ ਆ। ਤੇ ਜ਼ਿਆਦਾ ਬੈਂਡਿੰਗ ਨੂੰ ਤੇ ਟਵਿਸਟਿੰਗ ਨੂੰ ਵੀ ਅਵੋਇਡ ਕਰਨਾ ਚਾਹੀਦਾ ਹੈ। ਆਪਣੇ ਆਪ ਨੂੰ ਮੋੜਨਾ ਮਾਰਨਾ ਬਹੁਤਾ ਜ਼ਿਆਦਾ ਨਹੀਂ ਚਾਹੀਦਾ ਕਿਉਂਕਿ ਅਗਰ ਤੁਹਾਡਾ ਬੋਨਸ ਵੀਕ ਹੈਗੀਆਂ ਤਾਂ ਉਹ ਫ੍ਰੈਕਚਰ ਹੋਣ ਦਾ ਚਾਂਸਸ ਜ਼ਿਆਦਾ ਰਹਿੰਦਾ ਹੈਗਾ ਆ। ਕੰਪਲੀਕੇਸ਼ਨਸ ਕੀ ਹੋ ਸਕਦੀਆਂ ਹੈਗੀਆਂ, ਇਹ ਜਿਹੜੀ ਬੋਨ ਦਾ ਟੁੱਟਣਾ ਜਿਹੜਾ ਹੈਗਾ ਆ, ਫ੍ਰੈਕਚਰ ਹੋਣਾ ਆ, ਉਹ ਇਹਦੇ ਵਿੱਚ 올ਡਰ ਪੇਸ਼ੈਂਟਸ ਦੇ ਵਿੱਚ ਬਹੁਤ ਵੱਡੀ ਕੰਪਲੀਕੇਸ਼ਨ ਹੈ ਜਿਹੜੀ ਆਸਟੀਓਪੋਰੋਸਿਸ ਦੀ ਹੈਗੀ ਆ। ਆਸਟੀਓਪੋਰੋਟਿਕ ਬੋਨ ਜਿਹੜੀ ਹੈਗੀ ਆ ਉਹ ਮਤਲਬ ਖਾਸ ਕਰਕੇ ਜਿਹੜਾ ਸਾਡਾ ਹਿਪ ਹੈਗਾ ਆ, ਚੂਲੇ ਦੀ ਹੱਡੀ ਹੈਗੀ ਆ ਜਾਂ ਸਾਡਾ ਸਪਾਈਨ ਹੈ ਜਿਹੜਾ ਕਿ ਪਿੱਛੇ ਵਰਟੀਬਰੇ ਹੈ, ਮਣਕੇ ਹੈ ਰੀੜ੍ਹ ਦੀ ਹੱਡੀ ਦੇ, ਜਾਂ ਸਾਡੀ ਰਿਸਟ ਹੈ, ਸਾਡੀ ਰਿਸਟ ਜਿਹੜੀ ਇਹਦੇ ਵਿੱਚ ਜ਼ਿਆਦਾ ਇਹ ਪ੍ਰਭਾਵਿਤ ਕਰਦੇ ਆ ਕਿਉਂਕਿ ਜਦੋਂ ਅਸੀਂ ਗਿਰਦੇ ਹੈਗੇ ਆ ਤਾਂ ਇਸ ਤਰ੍ਹਾਂ ਮਤਲਬ ਸਾਡੀ ਕੂਹਣੀ ਜਿਹੜੀ ਮਤਲਬ ਹੱਥ ਹੈਗਾ ਆ ਉਹ ਹੀ ਆਉਂਦਾ ਆ ਔਰ ਸਾਡਾ ਕੋਲੀਸ ਫ੍ਰੈਕਚਰ ਵਗੈਰਾ ਜਿਹੜਾ ਹੈਗਾ ਰਿਸਟ ਦਾ ਇਹ ਜ਼ਿਆਦਾ ਹੋ ਜਾਂਦਾ ਹੈਗਾ ਆ। ਤੇ ਐਡੀਸ਼ਨ ਜਿਹੜੀ ਹੈਗੀ ਆ ਪਰਮਾਨੈਂਟ ਪੇਨ ਜਿਹੜਾ ਹੈ ਇਹ ਵੀ ਇੱਕ ਆਸਟੀਓਪੋਰੋਸਿਸ ਦਾ ਕੰਪਲੀਕੇਸ਼ਨਸ ਹੈਗੀ ਆ। ਤੇ ਕਈਆਂ ਪੇਸ਼ੈਂਟਸ ਦੇ ਵਿੱਚ ਤਾਂ ਜਿਹੜੀ ਹਾਈਟ ਹੈਗੀ ਆ ਉਹਨਾਂ ਦਾ ਕੁੱਬੇਪਨ ਦੇ ਕਰਕੇ ਘਟ ਜਾਂਦੀ ਹੈਗੀ ਆ। ਤੇ ਆਸਟੀਓਪੋਰੋਸਿਸ ਵਰਟੀਬਰੇ ਜਿਹੜੇ ਮਣਕਿਆਂ ਨੂੰ ਅਫੈਕਟ ਕਰਦੀ ਹੈਗੀ ਆ। ਇਹਦੇ ਨਾਲ ਕਾਈਫੋਸਿਸ ਜਿਹੜਾ ਜਿੱਦਾਂ ਮੈਂ ਤੁਹਾਨੂੰ ਦੱਸਿਆ ਕਿ ਉਹ ਹੋ ਸਕਦਾ ਹੈਗਾ ਆ। ਇਹ ਮੋਬਿਲਿਟੀ ਜਿਹੜੀ ਆਸਟੀਓਪੋਰੋਸਿਸ ਦੇ ਨਾਲ ਸਾਡੀ ਜਿਹੜੀ ਮੋਬਿਲਿਟੀ ਆ ਉਹਦਾ ਵੀ ਇਫੈਕਟ ਹੁੰਦਾ ਹੈਗਾ ਆ। ਮੋਬਿਲਿਟੀ ਘਟ ਜਾਂਦੀ ਹੈਗੀ ਆ। ਇਸ ਦੇ ਨਾਲ ਆਈਸੋਲੇਸ਼ਨ ਹੁੰਦੀ, ਆਦਮੀ ਚੱਲਦਾ ਫਿਰਦਾ ਨਹੀਂ ਹੈ, ਡਿਪਰੈਸ਼ਨ ਹੋਣ ਦਾ ਵੀ ਖਤਰਾ ਰਹਿੰਦਾ ਹੈਗਾ ਆ ਕਿਉਂਕਿ ਇਕੱਲੇ ਨੇ ਰਹਿਣਾ ਹੈਗਾ ਆ। ਤੇ 20% ਜਿਹੜੇ ਸੀਨੀਅਰਸ ਹੈਗੇ ਆ ਉਹ ਆਪਣੀ ਹਿਪ ਜਿਹੜੀ ਆ, ਜਿਹੜਾ ਚੂਲਾ ਹੈਗਾ ਅਗਰ ਉਹਨਾਂ ਦਾ ਟੁੱਟ ਜਾਏ ਤੇ 1 ਸਾਲ ਦੇ ਵਿੱਚ ਉਹਨਾਂ ਦੀ ਡੈਥ ਹੋ ਜਾਂਦੀ ਆ ਕਿਉਂਕਿ ਇਹ ਜਿਹੜਾ ਮਤਲਬ ਚੂਲੇ ਦੀ ਜਿਹੜੀ ਹੱਡੀ ਟੁੱਟਣੀ ਹੈਗੀ ਆ ਇਹ ਬਹੁਤ ਹੀ ਵੱਡੀ ਕੰਪਲੀਕੇਸ਼ਨਸ ਹੈਗੀ ਆ। ਤੇ ਇਹਦੇ ਨਾਲ ਜਿਹੜੀ ਜੇ ਅਗਰ ਸਰਜਰੀ ਵਗੈਰਾ ਨਹੀਂ ਕਰਵਾਈ ਤਾਂ ਰਿਪੇਅਰ ਨਹੀਂ ਕਰਵਾਈ ਤਾਂ ਇਹ ਬਹੁਤ ਵੱਡਾ ਜਿਹੜਾ ਨੁਕਸਾਨ ਜਿਹੜਾ ਸਿਆਣਿਆਂ ਨੂੰ ਹੋ ਜਾਂਦਾ। ਔਰ ਇੱਕ ਵਾਰੀ ਅਗਰ ਇਹ ਚੂਲੇ ਦੀ ਹੱਡੀ ਟੁੱਟ ਜਾਏ ਤਾਂ ਫਿਰ ਅਗਰ ਇਹਦਾ ਇਲਾਜ ਨਾ ਹੋਵੇ ਤਾਂ ਇਸ ਤਰ੍ਹਾਂ ਸਮਝਦੇ ਹਾਂ ਕਿ 1 ਸਾਲ ਦੇ ਵਿੱਚ ਤਕਰੀਬਨ 20% ਲੋਕ, 5ਵਾਂ ਹਿੱਸਾ ਲੋਕ ਤਾਂ ਮਰੇ ਹੀ ਜਾਂਦੇ ਹੈਗੇ ਆ। ਇੰਨੀ ਸੀਰੀਅਸ ਇਹਦੀ ਕੰਪਲੀਕੇਸ਼ਨ ਹੈਗੀ ਆ। ਤੇ ਇਹਦੇ ਨਾਲ ਫਿਰ ਕਈਆਂ ਨੂੰ ਲੌਂਗ ਟਰਮ ਨਰਸਿੰਗ ਹੋਮ ਕੇਅਰ ਵੀ ਜ਼ਰੂਰਤ ਪੈਂਦੀ ਆ। ਇਸ ਕਰਕੇ ਇਹ ਵੀ ਇੱਕ ਕੰਪਲੀਕੇਸ਼ਨ ਜਿਹੜੀ ਹੈ ਇਹਦੀ ਹੋ ਜਾਂਦੀ ਹੈਗੀ ਆ। ਆਸਟੀਓਪੋਰੋਸਿਸ ਨੂੰ ਪ੍ਰੀਵੈਂਟ ਕਰਨ ਦੇ ਲਈ ਅਸੀਂ ਐਕਸਰਸਾਈਜ਼
ਫਰੂਟਸ ਜਿਹੜੇ ਆ ਬੈਸਟ ਫॉर ਬੋਨਸ ਹੈਗੇ ਆ। ਫੂਡ ਰਿਚ ਇਨ ਵਿਟਾਮਿਨ ਸੀ ਜਿਹੜੇ ਹੈਗੇ ਆ, ਸੱਚ ਐਜ਼ ਔਰੰਜਸ ਹੈ ਜਾਂ ਔਰੰਜ ਜੂਸ ਹੈਗਾ ਆ, ਬਨਾਨਾਸ ਹੈਗੇ ਆ, ਪਲੈਂਟੇਨਸ ਹੈਗੇ ਆ, ਪ੍ਰਿਊਨਸ ਹੈਗੇ ਆ, ਗ੍ਰੇਪ ਫਰੂਟ ਹੈ, ਸਟ੍ਰਾਬੇਰੀਜ਼ ਹੈਗੀਆਂ, ਪਪਈਆ ਹੈ, ਪਾਈਨਐਪਲ ਹੈ, ਗੁਆਵਾ ਅਮਰੂਦ ਹੈ। ਫਰੂਟਸ ਜਿਹੜੇ ਜੂਸਿਸ ਹੈਗੇ ਆ ਜਿਨ੍ਹਾਂ ਨੂੰ ਕੈਲਸ਼ੀਅਮ ਦੇ ਨਾਲ ਜ਼ਿਆਦਾ ਸਪਲੀਮੈਂਟ ਕੀਤਾ ਹੈਗਾ ਜਾਂ ਵਿਟਾਮਿਨ ਡੀ ਉਹਨਾਂ ਦੇ ਵਿੱਚ ਐਡ ਕੀਤਾ ਆ, ਉਹ ਵੀ ਫਰੂਟ ਜੂਸਿਸ ਤੁਸੀਂ ਲੈ ਸਕਦੇ ਹੈਗੇ ਆ। ਫਰੂਟਸ ਰਿਚ ਇਨ ਵਿਟਾਮਿਨ ਕੇ ਜਿਹੜੇ ਜਿਸ ਤਰ੍ਹਾਂ ਬਲੂਬੇਰੀਜ਼ ਹੈਗੀਆਂ, ਰੈਸਪਬੇਰੀਜ਼ ਹੈਗੀਆਂ, ਜਾਂ ਪਲਮਸ ਹੈਗੀਆਂ, ਗ੍ਰੇਪਸ ਹੈਗੇ ਆ, ਫਿਗਸ ਹੈਗੇ ਆ, ਇਹ ਸਾਰੇ ਜਿਹੜੇ ਹੈਗੇ ਆ ਬੋਨਸ ਲਈ ਬਹੁਤ ਅੱਛੇ ਹੈਗੇ ਆ। ਨਟਸ ਕਿਹੜੇ ਕਿਹੜੇ ਹੈਗੇ ਆ? ਨਟਸ ਜਿਹੜੇ ਹੈਗੇ ਆ ਬੋਨਸ ਦੇ ਲਈ ਵਧੀਆ। ਇਹ ਸੀਡਸ ਜਿਹੜੇ ਨਟਸ ਐਂਡ ਸੀਡਸ ਹੈਗੇ ਆ, ਇਹਨਾਂ ਵਿੱਚ ਨਿਊਟ੍ਰੀਐਂਟ ਕਾਫੀ ਹੁੰਦੇ ਹੈਗੇ ਆ। ਸਿਲੈਕਟ ਫਿਊ ਜਿਹੜੇ ਮੈਂ ਤੁਹਾਨੂੰ ਦੱਸਦਾ ਹਾਂ ਜਿਹੜੇ ਕਿ ਬੋਨ ਡੀਜਨਰੇਸ਼ਨ ਨੂੰ ਕੰਬੈਟ ਕਰਦੇ ਹੈਗੇ ਆ। ਮੈਕਾਡੇਮੀਆ ਨਟਸ ਜਿਹੜੇ ਹੈਗੇ ਆ, ਵਾਲਨਟਸ ਹੈਗੇ ਆ, ਜਿਹੜੇ ਅਖਰੋਟ ਹੈਗੇ ਆ, ਹੈਜ਼ਲ ਨਟਸ ਹੈਗੇ ਆ, ਐਲਮੰਡਸ ਬਦਾਮ ਹੈਗੇ ਆ, ਸੈਸਮੀ ਸੀਡਸ ਜਿਹੜੇ ਤਿਲਾਂ ਦਾ ਸੀਡ ਹੈਗੇ ਆ, ਪੰਪਕਿਨ ਸੀਡ ਜਿਹੜੇ ਹੈਗੇ ਆ, ਕੱਦੂ ਦੇ ਸੀਡ, ਤੇ ਸਨਫਲਾਵਰ ਸੀਡ ਜਿਹੜੇ ਹੈਗੇ ਆ, ਇਹਨਾਂ ਵਿੱਚ ਕੈਲਸ਼ੀਅਮ, ਮੈਗਨੀਸ਼ੀਅਮ ਤੇ ਜ਼ਿੰਕ ਜਿਹੜਾ ਹੈਗਾ ਆ ਉਹ ਕਾਫੀ ਮਾਤਰਾ ਦੇ ਵਿੱਚ ਹੁੰਦਾ ਆ, ਤੇ ਇਹ ਸਾਡੀ ਬੋਨਸ ਦੇ ਲਈ ਬਹੁਤ ਅਸੈਂਸ਼ੀਅਲ ਨਿਊਟ੍ਰੀਐਂਟਸ ਹੁੰਦੇ ਹੈਗੇ ਆ। ਇਹਨੂੰ ਡਾਇਗਨੋਸ ਕਿੱਦਾਂ ਕਰ ਸਕਦੇ ਹੈਗੇ ਆ ਕਿ ਤੁਹਾਨੂੰ ਪਤਾ ਲੱਗ ਸਕੇ ਕਿ ਤੁਹਾਨੂੰ ਆਸਟੀਓਪੋਰੋਸਿਸ ਦੀ ਪ੍ਰੋਬਲਮ ਹੈਗੀ ਆ? ਇੱਕ ਟੈਸਟ ਹੈ ਜਿਹਨੂੰ ਅਸੀਂ ਬੋਨ ਮਿਨਰਲ ਡੈਂਸਿਟੀ ਕਹਿੰਦੇ ਹੈਗੇ ਆ। ਇਹ ਡੂਅਲ એનર્ਜੀ ਐਕਸ-ਰੇ ਐਬਜ਼ੌਰਪਸ਼ਨਮੀਟਰੀ ਵੀ ਹੈਗੀ ਆ, ਡੈਕਸਾ ਵੀ ਕਹਿੰਦੇ ਹੈਗੇ ਆ, ਸਕੈਨ ਸੌਰੀ। ਇਹ ਐਕਸ-ਰੇ ਜਿਹੜੇ ਆ ਸਮਾਲ ਅਮਾਉਂਟ ਦੀ ਰੇਡੀਏਸ਼ਨ ਜਿਹੜੀ ਆ ਉਹ ਯੂਜ਼ ਕਰਦੇ ਹੈਗੇ ਆ, ਤੇ ਸੋਲਿਡ ਬੋਨਸ ਦੇ ਲਈ ਜਿੱਦਾਂ ਸਪਾਈਨ ਹੈ, ਸਾਡਾ ਵਰਟੀਬਰਾ ਹੈ, ਹਿਪ ਹੈ, ਤੇ ਸਾਡੀ ਰਿਸਟ ਹੈ, ਉਹ ਇਹਦੇ ਨਾਲ ਅਸੀਂ ਐਕਸ-ਰੇ ਦੇ ਨਾਲ ਕਰ ਸਕਦੇ ਹੈਗੇ ਆ। ਰੈਗੂਲਰ ਐਕਸ-ਰੇ ਜਿਹੜੇ ਹੈਗੇ ਆ ਉਹ ਆਸਟੀਓਪੋਰੋਸਿਸ ਸ਼ੋ ਤਾਂ ਕਰ ਦਿੰਦੇ ਆ, ਤੇ ਜਦੋਂ ਜਿਹੜੀ ਪ੍ਰੋਬਲਮ ਹੈਗੀ ਆ ਉਹ ਜ਼ਿਆਦਾ ਐਡਵਾਂਸਡ ਸਟੇਜ ਦੇ ਉੱਤੇ ਹੋਵੇ। ਪਰ ਜਿਹੜੀ ਡੈਕਸਾ ਹੈਗੀ ਆ ਇਹ ਈਵਨ ਪ੍ਰੀਲਿਮਿਨਰੀ ਸਟੇਜਾਂ ਦੇ ਵਿੱਚ ਵੀ ਸਾਨੂੰ ਦੱਸ ਦਿੰਦੀ ਹੈ ਕਿ ਸਾਡੀ ਬੋਨਸ ਦੀ ਹਾਲਤ ਕੀ ਹੈਗੀ ਆ। ਪਰ ਇਹਨਾਂ ਦੀ ਬੋਨ ਡੈਂਸਿਟੀ ਦਾ ਟੈਸਟ ਜਿਹੜਾ ਆ ਉਹ ਹੋ ਜਾਣਾ ਚਾਹੀਦਾ ਹੈ ਔਰ ਪਤਾ ਲੱਗ ਜਾਣਾ ਚਾਹੀਦਾ ਕਿ ਉਹਨਾਂ ਦੀ ਬੋਨ ਡੈਂਸਿਟੀ ਕਿੰਨੀ ਹੈਗੀ ਆ। ਡੈਕਸਾ ਸਕੈਨ ਜਿਹੜਾ ਹੈ ਇਹ ਅਰਲੀਅਰ ਵੀ ਕੀਤਾ ਜਾ ਸਕਦਾ ਹੈ 65 ਸਾਲ ਤੋਂ, ਜੇ ਉਹਨਾਂ ਨੂੰ ਰਿਸਕ ਫੈਕਟਰ ਕੋਈ ਹੈ ਆਸਟੀਓਪੋਰੋਸਿਸ ਦਾ। ਆਦਮੀਆਂ ਦੇ ਲਈ 70 ਸਾਲ ਤੋਂ ਉੱਪਰ ਏਜ ਹੈ ਜਾਂ ਜੰਗਰ ਜਿਹੜੇ ਆਦਮੀ ਹੈ ਜਾਂ ਜਿਨ੍ਹਾਂ ਨੂੰ ਰਿਸਕ ਫੈਕਟਰ ਹੈਗਾ ਕੋਈ, ਉਹ ਵੀ ਇਸ ਟੈਸਟ ਦੇ ਲਈ ਉਮੀਦਵਾਰ ਹੋ ਸਕਦੇ ਹੈਗੇ ਆ। ਇਹ ਨੈਚੁਰਲੀ ਵੀ ਟ੍ਰੀਟ ਕੀਤੀ ਜਾ ਸਕਦੀ ਹੈ ਆਸਟੀਓਪੋਰੋਸਿਸ। ਹੈਲਦੀ ਲਾਈਫ ਸਟਾਈਲ ਚੋਇਸਿਸ ਜਿਹੜੀਆਂ ਹੈਗੀਆਂ ਆ ਉਹਨਾਂ ਦੇ ਨਾਲ ਅਸੀਂ ਇਹਨੂੰ ਆਸਟੀਓਪੋਰੋਸਿਸ ਨੂੰ ਪ੍ਰੀਵੈਂਟ ਵੀ ਕਰ ਸਕਦੇ ਹੈਗੇ ਆ ਤੇ ਇਹਨੂੰ ਟ੍ਰੀਟ ਵੀ ਕਰ ਸਕਦੇ ਹੈਗੇ ਆ। ਜਿਸ ਤਰ੍ਹਾਂ ਕਿ ਸਮੋਕਿੰਗ ਨਾ ਕਰਨਾ, ਸਬਸਟੈਂਸ ਜਿਹੜੇ ਹੈਗੇ ਆ ਉਹਨਾਂ ਨੂੰ ਇਸਤੇਮਾਲ ਨਾ ਕਰਨਾ, ਤੇ ਵਿਟਾਮਿਨ ਸਪਲੀਮੈਂਟਸ ਲੈਣੇ ਜਿਹੜੇ ਬੋਨ ਹੈਲਥ ਲਈ ਅੱਛੇ ਹੈਗੇ ਆ, ਅਗਰ ਰੈਗੂਲਰ ਲੈਣੇ ਹੈਗੇ ਆ। ਵਿਟਾਮਿਨ ਡੀ ਲੈਣੇ ਹੈਗੇ ਆ, ਕੈਲਸ਼ੀਅਮ ਲੈਣੇ ਆ, ਵਿਟਾਮਿਨ ਕੇ ਲੈਣੇ ਆ, ਤੇ ਇਹ ਸਾਡੇ ਡਾਈਟ ਦੇ ਵਿੱਚ ਹੀ ਇਦਾਂ ਦੇ ਹੋ ਜਾਣੇ ਚਾਹੀਦੇ ਆ ਕਿ ਸਾਡੀਆਂ ਜਿਹੜੀਆਂ ਬੋਨ ਹੈਗੀਆਂ ਆ ਉਹਨਾਂ ਵਿੱਚ ਨੈਚੁਰਲ ਜਿਹੜੀ ਆਸਟੀਓਪੋਰੋਸਿਸ ਹੋਣ ਦੇ ਚਾਂਸਸ ਘਟ ਜਾਂਦੇ ਹੈਗੇ ਆ। ਸਪਲੀਮੈਂਟਸ ਅਸੀਂ ਕਿੱਦਾਂ ਲੈ ਸਕਦੇ ਹਾਂ, ਕਿਹੜੇ ਕਿਹੜੇ ਸਪਲੀਮੈਂਟਸ ਇੰਪੋਰਟੈਂਟ ਹੈਗੇ ਆ? ਵਿਟਾਮਿਨ ਸੀ ਜਿਹੜੇ ਆ ਉਹ ਹਾਈ ਡੋਜ਼ਸ ਦੇ ਵਿੱਚ ਅਗਰ ਅਸੀਂ ਲੈਣੇ ਹੈਗੇ ਆ ਉਹਦੇ ਨਾਲ ਵੀ ਅਸੀਂ ਆਪਣੀ ਆਸਟੀਓਪੋਰੋਸਿਸ ਨੂੰ ਠੀਕ ਕਰ ਸਕਦੇ ਹਾਂ, ਕਿਉਂਕਿ ਜਿਹੜੀ ਸਾਡੀ ਬੋਨ ਦੀ ਮੈਟ੍ਰਿਕਸ ਹੈਗੀ ਆ ਉਹ ਕੋਲੇਜਨ ਦੀ ਬਣੀ ਹੋਈ ਆ, ਔਰ ਕੋਲੇਜਨ ਦੇ ਲਈ ਵਿਟਾਮਿਨ ਸੀ ਜਿਹੜਾ ਹੈ ਔਰ ਪ੍ਰੋਟੀਨ ਹੈਗੀ ਆ ਉਹ ਬਹੁਤ ਹੀ ਇੰਪੋਰਟੈਂਟ ਹੈਗੀ ਆ, ਔਰ ਉਹਨੂੰ ਠੀਕ ਰੱਖਣ ਲਈ ਹਾਈ ਡੋਜ਼ਸ ਮਤਲਬ ਗ੍ਰਾਮਸ ਦੇ ਵਿੱਚ ਅਸੀਂ ਵਿਟਾਮਿਨ ਸੀ ਜਿਹੜੀ ਹੈਗੀ ਆ ਉਹ ਇਸਤੇਮਾਲ ਕਰ ਸਕਦੇ ਹੈਗੇ ਆ। ਵਿਟਾਮਿਨ ਡੀ ਦੀ ਵੀ ਹਾਈ ਡੋਜ਼ ਅਸੀਂ ਲੈ ਸਕਦੇ ਹਾਂ 8000 ਤੋਂ 10000 ਯੂਨਿਟਸ। ਨਾਰਮਲੀ ਤਾਂ 400 ਤੋਂ 600 ਜਾਂ 800 ਯੂਨਿਟ ਦੱਸਦੇ ਆ, ਪਰ ਅਗਰ ਹਾਈ ਡੋਜ਼ਸ ਅਸੀਂ ਵਿਟਾਮਿਨ ਡੀ ਲੈਨੇ ਆ ਤਾਂ ਉਹਦੇ ਨਾਲ ਅਸੀਂ ਆਪਣੀ ਆਸਟੀਓਪੋਰੋਸਿਸ ਨੂੰ ਵੀ ਠੀਕ ਕਰ ਸਕਦੇ ਹੈਗੇ ਆ। ਵਿਟਾਮਿਨ ਕੇ ਜਿਹੜਾ 100 ਮਾਈਕਰੋਗ੍ਰਾਮ ਅਸੀਂ ਲੈ ਸਕਦੇ ਹੈਗੇ ਆ। ਵਿਟਾਮਿਨ ਬੀ ਕੰਪਲੈਕਸ ਦੇ ਗੋਲੀਆਂ ਅਸੀਂ ਰੈਗੂਲਰ ਲੈ ਸਕਦੇ ਹਾਂ।
ਪ੍ਰੋਟੀਨ 1 ਗ੍ਰਾਮ ਪਰ ਕੇਜੀ ਬੋਡੀ weight ਦੇ ਹਿਸਾਬ ਨਾਲ ਅਸੀਂ ਡੇਲੀ ਲੈ ਸਕਦੇ ਹਾਂ। ਅਗਰ ਕੋਈ ਜ਼ਿਆਦਾ ਐਕਸਰਸਾਈਜ਼ ਵਗੈਰਾ ਕਰਦੇ ਹਾਂ ਤੇ ਜ਼ਿਆਦਾ ਵੀ ਲੈ ਸਕਦੇ ਹੈਗੇ ਆ। ਕੈਲਸ਼ੀਅਮ ਜਿਹੜਾ ਹੈ 1000 ਤੋਂ 1200 ਮਿਲੀਗ੍ਰਾਮ ਡੇਲੀ ਅਸੀਂ ਇਸਤੇਮਾਲ ਲੈ ਸਕਦੇ ਹਾਂ ਇਨ ਡੋਜ਼ਸ, ਮਤਲਬ 2 ਜਾਂ 3 ਡੋਜ਼ਸ ਦੇ ਵਿੱਚ। ਮੈਗਨੀਸ਼ੀਅਮ ਵੀ ਅਸੀਂ 350 ਤੋਂ 400 ਮਿਲੀਗ੍ਰਾਮ ਡੇਲੀ ਲੈ ਸਕਦੇ ਹਾਂ। ਜ਼ਿੰਕ 50 ਮਿਲੀਗ੍ਰਾਮ ਤੱਕ ਲੈ ਸਕਦੇ ਹਾਂ। ਬੋਰਨ ਜਿਹੜਾ ਬਹੁਤ ਇੰਪੋਰਟੈਂਟ ਹੈਗਾ 3 ਤੋਂ 6 ਮਿਲੀਗ੍ਰਾਮ ਤੱਕ ਅਸੀਂ ਲੈ ਸਕਦੇ ਹਾਂ। ਇਹ ਸਪਲੀਮੈਂਟ ਜਿਹੜੇ ਹੈਗੇ ਆ ਇਹ ਸਾਰੇ ਸਾਡੀ ਬੋਨਸ ਦੇ ਲਈ ਵੀ ਬਹੁਤ ਇੰਪੋਰਟੈਂਟ ਹੈਗੇ ਆ। Always inform your doctor before beginning any alternative medicine or therapy. There may be interactions between herbs and the medications you are currently taking. Your doctor can help coordinate an overall treatment plan that best suits your needs. ਇਹਦਾ ਮਤਲਬ ਆ ਕਿ ਜਦੋਂ ਤੁਸੀਂ ਕੋਈ ਵੀ ਹਰਬਸ ਜਾਂ ਨੈਚੁਰਲ ਮੈਡੀਸਨ ਲੈਣੀ ਆ ਤੇ ਆਪਣੇ ਡਾਕਟਰ ਨੂੰ ਇਨਫੋਰਮ ਕਰ ਲੈਣਾ ਤਾਂ ਕਿ ਉਹਨੂੰ ਪਤਾ ਲੱਗ ਸਕੇ ਕਿ ਤੁਹਾਡੀ ਜਿਹੜੀ ਦਵਾਈ ਉਹ ਦਿੰਦੇ ਆ ਉਹਦੇ ਨਾਲ ਕੋਈ ਉਹਦਾ ਰਿਐਕਸ਼ਨ ਤਾਂ ਨਹੀਂ ਹੁੰਦਾ। ਰੈੱਡ ਕਲੋਵਰ ਹੈ ਇੱਕ, ਇਹ ਵੀ ਇੱਕ ਪਲਾਂਟ ਹੈ, ਉਹਦੇ ਵਿੱਚ ਐਸਟ੍ਰੋਜਨ ਲਾਈਕ ਕੰਪਾਊਂਡਸ ਹੁੰਦੇ ਆ ਕਿ ਨੈਚੁਰਲ ਐਸਟ੍ਰੋਜਨ ਜਿਹੜਾ ਹੈਗਾ ਉਹ ਬੋਨਸ ਨੂੰ ਪ੍ਰੋਟੈਕਟ ਕਰਦਾ ਹੈਗਾ। ਤੇ ਅਗਰ ਇਹ ਨੈਚੁਰਲ ਜਿਹੜਾ ਐਸਟ੍ਰੋਜਨ ਅਗਰ ਅਸੀਂ ਇਹਨੂੰ ਦਈਏ ਤਾਂ ਇਹਦੇ ਨਾਲ ਵੀ ਆਸਟੀਓਪੋਰੋਸਿਸ ਨੂੰ ਅਸੀਂ ਰੋਕ ਸਕਦੇ ਹਾਂ। ਔਰ ਨਾਲ ਸੋਏ ਦੇ ਵਿੱਚ ਵੀ ਆਈਸੋਫਲੇਵੋਨਸ ਹੁੰਦੇ ਆ ਜਿਹੜੇ ਕਿ ਐਸਟ੍ਰੋਜਨ ਲਾਈਕ ਕੰਪਾਊਂਡ ਹੈਗੇ ਆ, ਉਹ ਵੀ ਸਾਡੀਆਂ ਹੱਡੀਆਂ ਨੂੰ ਪ੍ਰੋਟੈਕਟ ਕਰਦੇ ਆ ਤੇ ਬੋਨ ਲਾਸ ਨੂੰ ਘਟਾਉਂਦੇ ਹੈਗੇ ਆ। ਬਲੈਕ ਹੋਸ਼ ਇੱਕ ਪਲਾਂਟ ਹੈਗਾ ਆ, ਹਰਬ ਹੈਗਾ ਆ, ਔਰ ਉਹ ਵੀ ਅਮਰੀਕਨ ਮੈਡੀਸਨ ਦੇ ਵਿੱਚ ਹੈਗਾ ਆ। ਇਹ ਵੀ ਮਤਲਬ ਯੂਜ਼ ਕੀਤਾ ਜਾ ਸਕਦਾ। ਇਹਦੇ ਵਿੱਚ ਫਾਈਟੋ ਐਸਟ੍ਰੋਜਨਸ ਹੁੰਦੇ, ਐਸਟ੍ਰੋਜਨ ਲਾਈਕ ਸਬਸਟੈਂਸ ਹੈਗੇ ਆ ਜਿਹੜੇ ਕਿ ਸਾਨੂੰ ਹੱਡੀਆਂ ਨੂੰ ਤਾਕਤ ਦਿੰਦੇ ਹੈਗੇ ਆ। ਤੇ ਇਹਦੇ ਨਾਲ ਮਤਲਬ ਅਸੀਂ ਆਪਣੀਆਂ ਹੱਡੀਆਂ ਨੂੰ ਠੀਕ ਕਰ ਸਕਦੇ ਹੈਗੇ ਆ। ਹਾਰਸਟੇਲ ਇੱਕ ਹੈਗਾ ਆ, ਹਰਬ ਹੈਗਾ, ਪਲਾਂਟ ਹੈਗਾ ਆ। ਇਹ ਵੀ, ਇਹਦੀਆਂ ਵੀ ਮੈਡੀਸਨਲ ਪ੍ਰੋਪਰਟੀਜ਼ ਹੈਗੀਆਂ ਆ। ਇਹਦੇ ਚ ਸਿਲੀਕੋਨ ਜਿਹੜਾ ਹੈਗਾ ਆ ਉਹ ਜ਼ਿਆਦਾ ਹੁੰਦਾ ਆ ਤੇ ਬੋਨ ਲਾਸ ਨੂੰ ਸਟਿਮੂਲੇਟ ਕਰਕੇ ਰੀਜਨਰੇਸ਼ਨ ਨੂੰ ਬੜਾਵਾ ਦਿੰਦਾ ਹੈਗਾ ਆ। ਕਈ ਹੋਲਿਸਟਿਕ ਡਾਕਟਰ ਇਹ ਆਸਟੀਓਪੋਰੋਸਿਸ ਟ੍ਰੀਟਮੈਂਟ ਦੇ ਲਈ ਹਾਰਸਟੇਲ ਨੂੰ ਰਿਕਮੈਂਡ ਕਰਦੇ ਹੈਗੇ ਆ। ਇਹ ਟੀ ਦੇ ਲਈ ਟੀ ਕਰਕੇ, ਟੈਂਕਚਰ ਕਰਕੇ ਤੇ ਹਰਬਲ ਕੰਪਰੈਸ ਕਰਕੇ ਇਹ ਲਿਆ ਜਾ ਸਕਦਾ ਹੈਗਾ ਆ। ਇਹ ਰਿਲੇਟਿਵਲੀ ਨੈਗੇਟਿਵਲੀ ਅਲਕੋਹਲ ਦੇ ਨਾਲ ਰਿਐਕਟ ਕਰਦਾ, ਇਸ ਕਰਕੇ ਅਲਕੋਹਲ ਤੇ ਨਿਕੋਟੀਨ ਪੈਚਿਸ ਜਿਹੜੇ ਹੈਗੇ ਆ, ਡਾਈਯੂਰੈਟਿਕਸ ਆ, ਇਹਨਾਂ ਦਾ ਇਸਤੇਮਾਲ ਇਹਦੇ ਨਾਲ ਨਹੀਂ ਕਰਨਾ ਚਾਹੀਦਾ। ਐਕੂਪੰਕਚਰ ਜਿਹੜਾ ਕਿ ਤੁਸੀਂ ਸੁਣਿਆ ਹੀ ਹੋਏਗਾ ਕਿ ਐਕੂਪੰਕਚਰ ਦੇ ਨਾਲ ਵੀ ਅਸੀਂ ਇਹਨਾਂ ਟ੍ਰੈਡੀਸ਼ਨਲ ਚਾਈਨੀਜ਼ ਮੈਡੀਸਨ ਹੈਗੀ ਆ ਜਿਹਦੇ ਨਾਲ ਸੂਈਆਂ ਲਗਾ ਕੇ ਅਸੀਂ ਇਹਨੂੰ ਠੀਕ ਕਰ ਸਕਦੇ ਹੈਗੇ ਆ। ਇਹਦੇ ਵਿੱਚ ਥਿਨ ਨੀਡਲਸ ਜਿਹੜੀਆਂ ਹੈਗੀਆਂ ਸਟ੍ਰੈਟਜਿਕ ਪੁਆਇੰਟ ਦੇ ਉੱਤੇ ਲਗਾ ਦਿੱਤੀਆਂ ਜਾਂਦੀਆਂ ਆ ਔਰ ਫਿਰ ਉਹਨਾਂ ਦੇ ਨਾਲ ਇਹ ਮਤਲਬ ਟ੍ਰੀਟਮੈਂਟ ਹੁੰਦੀ ਹੈਗੀ ਆ। ਇਹ ਸਟਿਮੂਲੇਟ ਕਰ ਦਿੰਦਾ ਆਰਗਨ ਤੇ ਬਾਡੀ ਫੰਕਸ਼ਨਸ ਨੂੰ ਤੇ ਹੀਲਿੰਗ ਨੂੰ ਪ੍ਰਮੋਟ ਕਰਦਾ ਹੈਗਾ ਆ। ਐਕੂਪੰਕਚਰ ਜਿਹੜਾ ਆ ਇਹ ਹਰਬਲ ਥੈਰੇਪੀਜ਼ ਦੇ ਨਾਲ ਦਿੱਤਾ ਜਾਂਦਾ ਹੈਗਾ ਨਾਰਮਲੀ। ਤੇ ਐਵੀਡੈਂਸ ਇਹ ਸਪੋਰਟਸ ਕਰਦੀ ਆ ਕਿ ਕੰਪਲੀਮੈਂਟਰੀ ਆਸਟੀਓਪੋਰੋਸਿਸ ਟ੍ਰੀਟਮੈਂਟ ਜਿੰਨੀਆਂ ਵੀ ਹੈਗੀਆਂ ਆ ਉਹ ਉਹਨਾਂ ਲਈ ਮਤਲਬ ਹੋਰ ਸਟੱਡੀਜ਼ ਜਿਹੜੀ ਹੈ ਉਹ ਜ਼ਰੂਰਤ ਬਣਦੀ ਹੈਗੀ ਆ ਕਿਉਂਕਿ ਕੋਈ ਪੱਕਾ ਜਿਹੜਾ ਹੈ ਇਲਾਜ ਜਿਹੜਾ ਸਾਇੰਟੀਫਿਕਲੀ ਤੌਰ ਦੇ ਉੱਤੇ ਮਤਲਬ ਉਹ ਪ੍ਰੂਵ ਨਹੀਂ ਹੋ ਸਕਿਆ। ਲੋਕ ਦਿੰਦੇ ਤਾਂ ਬਹੁਤ ਹੈਗੇ ਆ ਪਰ ਸਾਇੰਟੀਫਿਕਲੀ ਉਹਦੇ ਲਈ ਬਹੁਤ ਵੱਡਾ ਪ੍ਰੋਸੈਸ ਹੈਗਾ ਜਿਹੜਾ ਕਿ ਪ੍ਰੂਵ ਕਰਨਾ ਹੁੰਦਾ ਹੈਗਾ। ਪਰ ਲੋਕਾਂ ਦੇ ਵਿੱਚ ਉਹ ਜਦੋਂ ਚੱਲ ਜਾਂਦਾ ਹੈਗਾ ਤੇ ਲੋਕ ਦੱਸਦੇ ਆ ਕਿ ਉਹਦੇ ਨਾਲ ਉਹਨਾਂ ਨੂੰ ਫਾਇਦਾ ਹੋਇਆ ਹੈਗਾ। ਟਾਈ ਚਾਈ ਇੱਕ ਐਸੀ ਐਕਸਰਸਾਈਜ਼ ਹੈਗੀ ਆ, ਇਹ ਪ੍ਰੈਕਟਿਸ ਚਾਈਨੀਜ਼ ਇਹ ਵੀ ਹੈਗੀ ਆ ਜਿਹਦੇ ਨਾਲ ਕਿ ਬੋਡੀ ਪੋਸਚਰਸ ਜਿਹੜੇ ਹੈ ਇਸ ਤਰ੍ਹਾਂ ਦੇ ਹੈ ਜਿਹਦੇ ਨਾਲ ਸਾਡਾ ਜਿਹੜੀ ਬੋਡੀ ਦੇ ਸਿਸਟਮ ਹੈਗੇ ਆ ਉਹਨਾਂ ਨੂੰ ਤਾਕਤ ਮਿਲਦੀ ਹੈਗੀ ਆ। ਤੇ ਨੈਸ਼ਨਲ ਸੈਂਟਰ ਫਾਰ ਕੰਪਲੀਮੈਂਟਰੀ ਐਂਡ ਇੰਟੀਗ੍ਰੇਟਿਡ ਹੈਲਥ ਜਿਹੜੀ ਹੈਗੀ ਆ ਉਹ ਟਾਈ ਚਾਈ ਨੂੰ ਪ੍ਰਮੋਟ ਕਰਦੀ ਹੈਗੀ ਆ ਕਿ ਇਹਦੇ ਨਾਲ ਇਮਿਊਨ ਫੰਕਸ਼ਨ ਵੀ ਹੁੰਦੇ ਆ ਤੇ ਓਵਰਆਲ ਵੈਲਬੀਇੰਗ ਵੀ 올ਡਰ ਪੇਸ਼ੈਂਟਸ ਦੇ ਵਿੱਚ ਹੋ ਜਾਂਦੀ ਹੈਗੀ ਆ। ਮਸਲ ਸਟਰੈਂਥ ਹੁੰਦੀ ਆ, ਕੋਆਰਡੀਨੇਸ਼ਨ। ਸਰ ਇੱਕ ਰਿਕੁਐਸਟ ਕਰਨੀ ਸੀਗੀ ਕਿ ਆਪਣਾ ਜਿਹੜਾ ਆ ਅਗਰ ਮੀਟਿੰਗ ਬੰਦ ਹੁੰਦੀ ਹੈਗੀ ਤਾਂ ਪਲੀਜ਼ ਦੁਬਾਰਾ ਤੁਸੀਂ ਲਿੰਕ ਤੇ ਕਲਿੱਕ ਕਰਕੇ ਉਹਨੂੰ ਜੁਆਇਨ ਕਰ ਲੈਣਾ ਕਿਉਂਕਿ 40 ਮਿੰਟ ਦਾ ਸੈਸ਼ਨ ਹੁੰਦਾ ਹੈ ਤੇ ਉਹ ਦੁਬਾਰਾ ਤੁਸੀਂ ਜੁਆਇਨ ਕਰ ਸਕਦੇ ਆ। ਥੈਂਕ ਯੂ, ਪਲੀਜ਼ ਕੰਟੀਨਿਊ ਸਰ। ਠੀਕ ਹੈ, ਥੈਂਕ ਯੂ। ਤੇ
ਇਹਦੇ ਨਾਲ ਮਸਲ ਸਟਰੈਂਥ ਵੀ ਵੱਧ ਜਾਂਦੀ ਹੈਗੀ, ਇੰਪਰੂਵ ਹੋ ਜਾਂਦੀ ਆ, ਕੋਆਰਡੀਨੇਸ਼ਨ ਜਿਹੜੀ ਹੈਗੀ ਮਸਲਸ ਦੀ ਉਹ ਵੀ ਹੋ ਜਾਂਦੀ ਆ, ਤੇ ਮਸਲ ਤੇ ਜੁਆਇੰਟ ਪੇਨ ਜਿਹੜਾ ਸਟਿਫਨੈਸ ਹੈਗੀ ਆ ਉਹ ਵੀ ਟਾਈ ਚੀ ਨਾਲ ਇੰਪਰੂਵ ਹੋ ਜਾਂਦੀ ਹੈਗੀ ਆ।